ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨੇਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਵਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਰਦੂਲ ਸ੍ਰੀ ਗੁਰ ਚਰਨ, ਸਰਨ ਪਰਿਓ ਮੈਂ ਧਾਈ। ਜੰਬੁਕ ਜਮ ਬਪਰਾ, ਨਿਬਲ ਤਾਕੋ ਕਹਾਂ ਬਸਾਈ। ਸਾਰਦੂਲ ਸ੍ਰੀ ਗੁਰ ਚਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਅੰਤਰਜਾਮੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ਾਂ ਕੀਤੀਆਂ ਹਨ। ਇਸ ਕਲਯੁਗ ਦੇ ਸਮੇਂ ਵਿੱਚ ਗਰੀਬ ਨਿਵਾਜ ਨੇ ਬੇਅੰਤ ਪ੍ਰਾਣੀਆਂ ਦਾ ਉਧਾਰ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ਾਂ ਕੀਤੀਆਂ ਹਨ, ਉਹਨਾਂ ਨੂੰ ਜਦੋਂ ਅਸੀਂ ਯਾਦ ਕਰਦੇ ਤਾਂ ਇਤਿਹਾਸ ਕਿਹਾ ਜਾਂਦਾ ਹੈ। ਸਾਹਿਬ ਗੁਰੂ ਨਾਨਕ ਦਾ ਇਤਿਹਾਸ ਲੜੀਵਾਰ ਅਸੀਂ ਕਥਾ ਰੂਪ ਵਿੱਚ ਸਰਵਣ ਕਰ ਰਹੇ ਹਾਂ। ਧੰਨ ਗਰੀਬ ਨਿਵਾਜ ਪਾਤਸ਼ਾਹ ਜੀ ਬਖਸ਼ਿਸ਼ਾਂ ਕਰ ਰਹੇ ਨੇ। ਇਹ ਜੋ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਜੋ ਨਿਰਮਲ ਪੰਥ ਖਾਲਸਾ ਪੰਥ ਗੁਰੂ ਨਾਨਕ ਨੇ ਚਲਾਇਆ ਹੈ, ਸੰਸਾਰ ਦੇ ਵਿੱਚ ਹਜ਼ੂਰ ਪਾਤਸ਼ਾਹ ਜੀ ਨੇ ਕਿਤਨੀਆਂ ਘਾਲਣਾ ਘਾਲੀਆਂ ਹਨ। ਔਰ ਦੁਨੀਆ ਦੇ ਅੰਦਰ ਕੋਈ ਵੀ ਐਸਾ ਗੁਰੂ ਪੀਰ ਪੈਗੰਬਰ ਨਹੀਂ ਹੋਇਆ ਜਿਸ ਨੇ ਕਿ ਆਪ ਚੱਲ ਕੇ ਇਤਨੀ ਯਾਤਰਾ ਕੀਤੀ ਹੋਵੇ ਜੀਵਾਂ ਦੇ ਭਲੇ ਲਈ। ਤੋ ਧੰਨ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਵੱਖਰੀਆਂ ਵੱਖਰੀਆਂ ਥਾਵਾਂ ਤੇ ਪੁੱਜ ਕਰਕੇ ਜੀਵਾਂ ਨੂੰ ਨਾਮਦਾਨ ਬਖਸ਼ ਕੇ ਆਤਮ ਗਿਆਨ, ਆਤਮਾਨੰਦ, ਬ੍ਰਹਮਾਨੰਦ, ਆਪਣੇ ਆਪੇ ਦੀ ਖੋਜ, ਨਿਜ ਘਰ ਦੀ ਪ੍ਰਾਪਤੀ, ਗਰੀਬ ਨਿਵਾਜ ਜੀ ਜੀਵਨ ਮੁਕਤੀ ਦੀ ਦਾਤ
ਇਹ ਬਖਸ਼ਿਸ਼ਾਂ ਮੇਰੇ ਸਤਿਗੁਰੂ ਜੀ ਬਖਸ਼ਿਸ਼ਾਂ ਕਰ ਰਹੇ ਨੇ। ਤੁਸੀਂ ਸਰਵਣ ਕੀਤਾ ਗੁਰੂ ਸਾਹਿਬ ਦਾ ਇਤਿਹਾਸ ਇਹ ਦੱਸ ਰਿਹਾ ਹੈ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਵੀ ਕਿਸੇ ਵੀ ਜਗ੍ਹਾ ਤੇ ਜੀਵਾਂ ਦਾ ਕਲਿਆਣ ਕਰਨ ਵਾਸਤੇ ਪਹੁੰਚਦੇ ਨੇ, ਜਿਸ ਜਗ੍ਹਾ ਤੇ ਕਿਸੇ ਦੀ ਮਿਹਰ ਹੋਵੇ ਹਜ਼ੂਰ ਉੱਥੇ ਕਦੇ ਜਾਂਦੇ ਨਹੀਂ। ਹਮੇਸ਼ਾ ਹੀ ਕੋਈ ਇਕਾਂਤ ਜਗ੍ਹਾ, ਕੋਈ ਸਾਂਝੀ ਜਗ੍ਹਾ ਤੇ ਜਾ ਕਰਕੇ ਇਕਾਂਤ ਵਿੱਚ ਗੁਰੂ ਸਾਹਿਬ ਬੈਠ ਜਾਂਦੇ ਨੇ। ਫਿਰ ਕੌਤਕ ਐਸਾ ਕਰਦੇ ਨੇ ਜਿਹਦੇ ਨਾਲ ਕਿਸੇ ਆਪਣੇ ਨਜ਼ਦੀਕੀ ਪ੍ਰਭੂ ਭਗਤੀ ਵਾਲੇ ਨੂੰ ਮੇਲ ਮਿਲਾਪ ਬਖਸ਼ ਕਰਕੇ ਉਹਦੇ ਦੁਆਰਾ ਫਿਰ ਸਾਰੀ ਦੁਨੀਆ ਦਾ ਭਲਾ ਗੁਰੂ ਸਾਹਿਬ ਜੀ ਕਰ ਦਿੰਦੇ ਨੇ। ਤੇ ਉਹ ਮੇਰੇ ਗਰੀਬ ਨੂੰ ਅੱਜ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਸੋ ਇਕਾਂਤ ਵਿੱਚ ਜਾ ਕਰ ਇੱਕ ਨਗਰੀ ਦੇ ਬਾਹਰ ਬੈਠੇ ਨੇ। ਮਰਦਾਨਾ ਕਹਿੰਦਾ ਮਹਾਰਾਜ ਜੀ ਆਗਿਆ ਹੋਵੇ ਤੇ ਮੈਂ ਨਗਰੀ ਚੋਂ ਕੁਝ ਛਕ ਆਵਾਂ। ਮਹਾਰਾਜ ਕਹਿੰਦੇ ਵੀ ਕਿਹਦੇ ਕੋਲ ਜਾਵੇਂਗਾ? ਕਹਿੰਦਾ ਜੀ ਜਾਣ ਪਛਾਣ ਤੇ ਕੋਈ ਨਹੀਂ, ਤੇ ਜਿਸ ਦਾ ਤੁਸੀਂ ਕਹੋਗੇ ਉਹਦੇ ਕੋਲ ਮੈਂ ਚਲਾ ਜੂ। ਮਹਾਰਾਜ ਨੇ ਬਖਸ਼ਿਸ਼ ਕੀਤੀ। ਭਾਈ ਝੰਡਾ ਜੀ ਕਿਹਾ ਵੀ ਤਰਖਾਣ ਹੈ ਇੱਕ, ਭਾਈ ਝੰਡਾ ਨਾਮ, ਉਹਦੇ ਘਰ ਜਾ। ਇਸ ਤਰ੍ਹਾਂ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਭਾਈ ਝੰਡਾ ਜੀ ਦੇ ਨਾਲ ਮਰਦਾਨਾ ਜੀ ਨੂੰ ਭੇਜ ਕਰਕੇ ਮੇਲ ਕੀਤਾ, ਗੁਰੂ ਚਰਨਾਂ ਵਿੱਚ ਆਇਆ। ਔਰ ਇਹ ਭਾਈ ਝੰਡਾ ਜੀ ਤੇ ਇੰਦਰਸੈਨ ਇਹ ਪ੍ਰੇਮ ਨਾਲ ਇਕੱਠੇ ਹੋ ਕਰਕੇ ਭਗਤੀ ਕਰਿਆ ਕਰਦੇ ਸਨ ਇਕਾਂਤ 'ਚ ਬੈਠ ਕਰਕੇ। ਇਹਨਾਂ ਦੀ ਭਗਤੀ ਨੂੰ ਭਾਗ ਲਾਉਣ ਵਾਸਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਇੰਦਰਸੈਨ ਜਿਹੜਾ ਰਾਜਾ ਸੁਦਰਸੈਨ ਦਾ ਇਹ ਭਾਣਜਾ ਸੀ, ਇੱਥੇ ਦਾ ਰਾਜਾ ਇਹਦਾ ਮਾਮਾ ਲੱਗਦਾ ਸੀ। ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਉਸ ਨੂੰ ਵੀ ਕੋਲ ਬੁਲਾਇਆ ਤੇ ਇਸ ਤਰੀਕੇ ਦੇ ਨਾਲ ਹਜ਼ੂਰ ਨੇ ਬਖਸ਼ਿਸ਼ਾਂ ਕੀਤੀਆਂ ਨੇ। ਬੜਾ ਸੁੰਦਰ ਕਵੀ ਜੀ ਨੇ ਆਤਮ ਗਿਆਨ ਜਿਹੜਾ ਹੈ ਇਸ ਪ੍ਰਸੰਗ ਦੇ ਵਿੱਚ ਬਖਸ਼ਿਸ਼ ਕੀਤਾ। ਜਿਸ ਵੇਲੇ ਭਾਈ ਝੰਡਾ ਜੀ, ਭਾਈ ਇੰਦਰਸੈਨ ਜੀ ਗੁਰੂ ਚਰਨਾਂ 'ਚ ਬੈਠੇ ਸਨ, ਗੁਰੂ ਸਾਹਿਬ ਨੇ ਕਿਰਪਾ ਕਰਕੇ ਜਦੋਂ ਇਹਨਾਂ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਡੇ ਸੋ ਇਸ ਪ੍ਰਕਾਰ ਜਨਮ ਮਰਨ ਦੇ ਗੇੜੇ ਕੱਟੋ, ਸਾਨੂੰ ਗਿਆਨ ਬਖਸ਼ੋ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਬਚਨ ਕੀਤਾ ਵੀ ਜੋ ਕੁਛ ਵੀ ਤੁਹਾਡੇ ਕੋਲ ਹੈ, ਜੇ ਤੁਸੀਂ ਸਾਡੇ ਪਾਸੋਂ ਗਿਆਨ ਦੀ ਪ੍ਰਾਪਤੀ ਕਰਨੀ ਹੈ ਤੇ ਪਹਿਲਾਂ ਭਾਈ ਸਾਨੂੰ ਕੁਛ ਭੇਟਾ ਦਿਓ। ਕਹਿੰਦੇ ਮਹਾਰਾਜ ਜੀ ਵੀ ਕੀ ਭੇਟਾ ਦਈਏ? ਕਹਿੰਦੇ ਵੀ ਜੋ ਕੁਛ ਤੁਹਾਡੇ ਕੋਲ ਹੈ ਸਭ ਕੁਛ ਅਰਪਣ ਕਰੋ। ਤਾਂ ਇਹਨਾਂ ਨੇ ਕਹਿੰਦੇ ਜੋ ਧਨ ਧਾਮ ਜੋ ਕੁਛ ਵੀ ਸਾਡਾ ਸਭ ਕੁਛ ਮਹਾਰਾਜ ਤੁਹਾਨੂੰ ਅਸੀਂ ਅਰਪ ਦਿੱਤਾ। ਮਹਾਰਾਜ ਕਹਿੰਦੇ ਹੁਣ ਕੀ ਰਹਿ ਗਿਆ? ਕਹਿੰਦੇ ਮਹਾਰਾਜ ਹੁਣ ਸਾਡੇ ਕੋਲ ਸਰੀਰ ਹੈ, ਬਾਕੀ ਤਾਂ ਸਭ ਕੁਛ ਦੇ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੀ ਦੇਖੋ ਸਰੀਰ ਜਿਹੜਾ ਹੈ ਇਹ ਪੰਜਾਂ ਤੱਤਾਂ ਦੀ ਬਣਤਰ ਹੈ, ਤੇ ਜਿਹੜੀ ਚੀਜ਼ ਦਾ ਕਾਰਨ ਜਿਹੜਾ ਹੈ ਉਹ ਨਿਤ ਨਹੀਂ, ਉਹਦਾ ਕਾਰਜ ਵੀ ਨਿਤ ਨਹੀਂ ਹੋ ਸਕਦਾ। ਇਸ ਵਾਸਤੇ ਜਿਹੜੇ ਪੰਜ ਤੱਤ ਨੇ ਇਹ ਸੱਚ ਨਹੀਂ ਹਨ, ਮਾਇਆ ਦਾ ਰੂਪ ਹੈ। ਇਸ ਵਾਸਤੇ ਇਹ ਦੇਹ ਵੀ ਸੱਤ ਨਹੀਂ, ਇਹ ਵੀ ਤੁਹਾਡਾ ਰੂਪ ਨਹੀਂ ਹੈ। ਹੁਣ ਤੁਹਾਡੇ ਕੋਲ ਕੀ ਹੈ? ਕਹਿੰਦੇ ਮਹਾਰਾਜ ਵੀ ਸਾਡੇ ਕੋਲ ਹੁਣ ਅੰਤਿਸ਼ਕਰਨ ਹੈ, ਮਨ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਹਜ਼ੂਰ ਕਹਿੰਦੇ ਵੀ ਹੁਣ ਇੰਜ ਕਰੋ, ਤੁਸੀਂ ਸਾਨੂੰ ਮਨ ਅਰਪਣ ਕਰ ਦਿਓ। ਇਹਨਾਂ ਨੇ ਕਿਰਪਾ ਕੀਤੀ, ਗੁਰੂ ਸਾਹਿਬ ਨੇ ਕਿਰਪਾ ਕੀਤੀ। ਇਹਨਾਂ ਨੇ ਕਿਹਾ ਮਹਾਰਾਜ ਵੀ ਮਨ ਤੁਹਾਨੂੰ ਅਰਪਣ ਕਰ ਦਿੱਤਾ। ਫਿਰ ਹਜ਼ੂਰ ਕਹਿੰਦੇ ਹੁਣ ਦੱਸੋ ਹੁਣ ਤੁਹਾਡੇ ਕੋਲ ਕੀ ਹੈ? ਕਹਿਣ ਲੱਗੇ ਮਹਾਰਾਜ ਭਾਈ ਹੁਣ ਸਾਨੂੰ ਇਹ ਨਿਸ਼ਚਾ ਹੋ ਗਿਆ ਵੀ ਅਸੀਂ ਸਭ ਕੁਛ ਦੇ ਦਿੱਤਾ। ਮਹਾਰਾਜ ਕਹਿੰਦੇ ਨਿਸ਼ਚਾ ਕਰਨਾ ਜਿਹੜਾ ਇਹ ਬੁੱਧੀ ਦਾ ਕੰਮ ਹੈ। ਮਹਾਰਾਜ ਕਹਿੰਦੇ ਫੁਰਨਾ ਕਰੋ। ਹਜ਼ੂਰ ਕਹਿੰਦੇ ਨੇ ਫੁਰਨਾ ਕਰਨਾ ਮਨ ਦਾ ਧਰਮ ਹੈ, ਇਸ ਵਾਸਤੇ ਤੁਸੀਂ ਮਨ 'ਚੋਂ ਫੁਰਨਾ ਨਹੀਂ ਕਰ ਸਕਦੇ, ਮਨ ਸਾਨੂੰ ਅਰਪਣ ਕਰ ਦਿੱਤਾ। ਕਹਿੰਦੇ ਠੀਕ ਆ ਜੀ ਅਸੀਂ ਨਿਸ਼ਚਾ ਕਰ ਲਿਆ, ਹੁਣ ਫੁਰਨਾ ਨਹੀਂ ਕਰਾਂਗੇ। ਹਜ਼ੂਰ ਕਹਿੰਦੇ ਨਿਸ਼ਚਾ ਕਰਨਾ ਬੁੱਧੀ ਦਾ ਕਰਮ ਹੈ, ਇਸ ਵਾਸਤੇ ਬੁੱਧ ਜਿਹੜੀ ਹੈ ਸਾਨੂੰ ਦੇ ਦਿਓ। ਇਸ ਤਰ੍ਹਾਂ ਬੁੱਧ ਦੇ ਦਿੱਤੀ। ਫਿਰ ਹਜ਼ੂਰ ਪਾਤਸ਼ਾਹ ਜੀ ਜਿਸ ਨੇ ਇਹ ਚਿਤਵਨੀ ਕਰਨ ਲੱਗ ਪਏ। ਅੰਤਰਜਾਮੀ ਨੇ ਕਿਹਾ ਵੀ ਤੁਸੀਂ ਜਿਹੜਾ ਚਿੱਤ ਕਰਕੇ ਚਿਤਵਨੀ ਕਰਦੇ ਹੋ, ਇਹ ਚਿੱਤ ਵੀ ਸਾਨੂੰ ਦੇ ਦਿਓ। ਕਹਿੰਦੇ ਜੀ ਠੀਕ ਆ ਜੀ ਅਸੀਂ ਤੁਹਾਨੂੰ ਸੌਂਪ ਦਿੱਤਾ। ਫਿਰ ਹਜ਼ੂਰ ਪਾਤਸ਼ਾਹ ਕਹਿਣ ਲੱਗੇ ਵੀ ਹੁਣ ਜਿਹੜਾ ਤੁਹਾਡੇ ਮਨ ਵਿੱਚ ਹੈ ਵੀ ਅਸੀਂ ਸਭ ਕੁਛ ਦੇ ਦਿੱਤਾ, ਹੁਣ ਇਹਦਾ ਵੀ ਤਿਆਗ ਕਰੋ। ਇਹਨੂੰ ਹੁਣ ਮੈਂ ਕਹਿੰਦਾ ਮਨ ਵਿੱਚ ਚਿੱਤ ਅਹੰਕਾਰ, ਕਹਿੰਦੇ ਇਹ ਵੀ ਸਾਨੂੰ ਸਮਰਪਣ ਕਰ ਦਿਓ। ਇਉਂ ਸਤਿਗੁਰੂ ਨੇ ਕਿਰਪਾ ਕਰਕੇ ਕਿਹਾ ਕਿ ਭਾਈ ਹੁਣ ਤੁਸੀਂ ਆਤਮ ਸਰੂਪ ਜਦੋਂ ਇਹ ਮਹਾਰਾਜ ਨੇ ਗਿਆਨ ਬਖਸ਼ਿਆ, ਇੰਦਰਸੈਨ ਦੀ ਸਮਾਧੀ ਲੱਗ ਗਈ। ਜਦੋਂ ਸਭ ਕੁਛ ਗੁਰੂ ਨੂੰ ਸੌਂਪ ਦਿੱਤਾ,
ਹੁਣ ਮਨ ਫੁਰਨਾ ਨਹੀਂ ਕਰਦਾ, ਬੁੱਧੀ ਨਿਸ਼ਚੈ ਨਹੀਂ ਕਰਦੀ, ਚਿਤਵਨੀ ਨਹੀਂ ਕਰਦਾ ਹੈ, ਹਉਮੈ ਨਹੀਂ ਕਰਦਾ। ਇਸ ਤਰੀਕੇ ਦੇ ਨਾਲ ਜਿਸ ਵੇਲੇ ਅਫੁਰ ਮਨ ਹੋ ਗਿਆ, ਸਮਾਧੀ ਵਿੱਚ ਲੀਨ ਹੋ ਗਿਆ। ਇਸ ਤਰ੍ਹਾਂ ਗੁਰੂ ਨੇ ਕਿਰਪਾ ਕੀਤੀ। ਤੋ ਭਾਈ ਝੰਡਾ ਜੀ ਨੂੰ ਇਸ ਤਰ੍ਹਾਂ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ, ਬ੍ਰਹਮਾਨੰਦ ਦੀ ਦਾਤ ਬਖਸ਼ ਕਰਕੇ ਤੋ ਹੁਕਮ ਕੀਤਾ, ਇੰਦਰ ਸੈਨ ਨੂੰ ਹੁਕਮ ਕੀਤਾ ਕਿ ਤੈਨੂੰ ਅਸੀਂ ਇਸ ਇਲਾਕੇ ਦਾ ਪੂਜ ਬਣਾਉਂਦੇ, ਤੈਨੂੰ ਮੰਜੀ ਦਿੰਦੇ ਹਾਂ। ਕਹਿੰਦਾ ਮਹਾਰਾਜ ਮੇਰੀ ਤਾਂ ਕੋਈ ਇੱਛਾ ਰਹੀ ਨਹੀਂ ਹੈ, ਮੈਂ ਤਾਂ ਇਸ ਤਰ੍ਹਾਂ ਠੀਕ ਹੈ, ਆਨੰਦ ਵਿੱਚ ਹੀ ਮਗਨ ਹੈ। ਭਾਈ ਝੰਡਾ ਜੀ ਨੂੰ ਗੁਰੂ ਸਾਹਿਬ ਨੇ ਫਿਰ ਕਿਰਪਾ ਕਰਕੇ ਉਸ ਇਲਾਕੇ ਦੀ ਮੰਜੀ ਸੌਂਪੀ, ਬਖਸ਼ਿਸ਼ ਕੀਤੀ ਵੀ ਸਾਰਾ ਇਲਾਕਾ ਜਿਹੜਾ ਇਹਦੇ ਵਿੱਚ ਹੁਣ ਤੂੰ ਇਸ ਪ੍ਰਕਾਰ ਸਿੱਖੀ ਦਾ ਪ੍ਰਚਾਰ ਕਰਨਾ ਹੈ, ਔਰ ਤੈਨੂੰ ਅਸੀਂ ਗੁਰਮੁਖ ਬਣਾ ਕੇ ਤੇ ਤੈਨੂੰ ਮੰਜੀ ਸੌਂਪਦੇ ਹਾਂ। ਇਉਂ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਜਦੋਂ ਰਾਜੇ ਨੂੰ ਪਤਾ ਲੱਗਾ, ਰਾਜੇ ਸੁਦਰਸੈਨ ਨੇ ਆਪਣਾ ਬੰਦਾ ਭੇਜਿਆ ਵੀ ਮੇਰੇ ਸਾਰੇ ਹੀ ਇਸ ਰਾਜ ਭਾਗ ਦਾ ਮੁਖੀ ਮਹਾਰਾਜ ਨੇ ਕਿਸੇ ਨੂੰ ਬਣਾ ਦਿੱਤਾ, ਕਿਹੜਾ ਹੈ? ਤਾਂ ਆਪਾਂ ਨਾਨਕ ਬੰਦਾ ਆਇਆ। ਤਾਂ ਉਸ ਵੇਲੇ ਇੰਦਰ ਸੈਨ ਕਹਿੰਦਾ ਮਹਾਰਾਜ ਫਿਰ ਮੈਨੂੰ ਆਗਿਆ ਕਰੋ, ਮੈਂ ਜਾ ਕੇ ਸਮਝਾਉਂਦਾ ਹਾਂ ਕਿ ਉਹਨੂੰ ਉਹ ਤਾਂ ਪਤਾ ਨਹੀਂ ਹੈ ਆਪ ਜੀ ਦਾ। ਉਸ ਨੇ ਜਾ ਕੇ ਸੋ ਉਸ ਰਾਜੇ ਨੂੰ ਸਮਝਾਇਆ। ਉਹ ਆਣ ਕੇ ਗੁਰੂ ਦੀ ਸ਼ਰਨ ਲਈ, ਮਹਾਰਾਜ ਦੇ ਚਰਨੀ ਪਿਆ। ਗੁਰੂ ਸਾਹਿਬ ਨੇ ਥਾਪੜਾ ਦੇ ਕੇ ਕਿਹਾ ਵੀ ਜੋ 17 ਰਾਜ ਨੇ ਤੇਰੇ ਇਲਾਕੇ ਦੇ, ਤੈਨੂੰ ਸਭ ਦਾ ਮੁਖੀ ਬਣਾਇਆ, ਪਰ ਬੇਨਤੀ ਮਹਾਰਾਜ ਨੇ ਹੁਕਮ ਕੀਤਾ ਵੀ ਦੇਖ ਰਾਜ ਭਾਗ ਤੈਨੂੰ ਦਿੰਦੇ ਆ, ਪਰ ਦੇਖ ਇਸ ਭਾਈ ਝੰਡੇ ਜੀ ਦੀ ਬਰਾਬਰੀ ਨਹੀਂ ਤੂੰ ਕਰਨੀ। ਇਹਨੂੰ ਅਸੀਂ ਧਾਰਮਿਕ ਮੁਖੀ ਬਣਾਇਆ ਹੈ, ਇਹ ਸਭ ਪਾਸੇ ਪ੍ਰਚਾਰ ਕਰੂ, ਨਾਮਦਾਨ ਇਸ਼ਨਾਨ ਦ੍ਰਿੜ ਕਰਾਇਆ ਕਰੂਗਾ, ਤੂੰ ਇਸ ਦੀ ਬਰਾਬਰੀ ਨਹੀਂ ਕਰਨੀ। ਇਉਂ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਰਹਿਮਤ ਕੀਤੀ, ਤੋ ਇਹਨਾਂ ਦਾ ਉਧਾਰ ਕੀਤਾ। ਅਤੇ ਉਸ ਰਾਜਾ ਜਿਹੜਾ ਸੀ ਪ੍ਰਜਾ ਸਮੇਤ ਗੁਰੂ ਪਾਤਸ਼ਾਹ ਦੀ ਸਿੱਖੀ ਨੂੰ ਧਾਰਨ ਕਰਕੇ ਮਗਨ ਹੋਇਆ, ਘਰ ਲੈ ਗਿਆ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਮਹੀਨਾ ਭਰ ਰਹਿ ਕਰਕੇ ਇੱਥੇ ਸਤਸੰਗ ਦੀ ਮਰਜ਼ਾਦਾ ਤੋਰ ਕੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਮਹਾਰਾਜ ਨੇ ਇਉਂ ਨਿਤਨੇਮ ਵਿੱਚ ਜੋੜ ਕਰਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਜਿਸ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਕਵੀ ਜੀ ਅਗਲਾ ਪ੍ਰਸੰਗ ਸ਼ੁਰੂ ਕਰ ਰਹੇ ਨੇ। ਪਿਆਰ ਪੂਰਵਕ ਪ੍ਰਸੰਗ ਦੀ ਲੜੀ ਵਿੱਚ ਮਨ ਜੋੜਦੇ ਹੋਏ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸਾਰਦੂਲ ਸ੍ਰੀ ਗੁਰ ਚਰਨ। ਧੰਨ ਸਤਿਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਮਹਿਮਾ ਕਰਦੇ ਹਨ, ਕਿਉਂਕਿ ਇਹ ਗੁਰਸਿੱਖ ਕਵੀ ਜੀ ਹਨ, ਸ਼ਰਧਾ ਵਾਲੇ ਹਨ। ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਜਿਹੜੇ ਨੇ ਉਹ ਨਿਰਾ ਸ਼ੇਰ ਨਹੀਂ, ਸ਼ਾਰਦੂਲ ਨੇ। ਸਰਗਾ ਜਾਂ ਸਾਰਦੂਲ ਉਸ ਨੂੰ ਕਿਹਾ ਜਾਂਦਾ, ਭਾਵ ਮਹਾਨ ਸ਼ੇਰ ਦੀ ਨਿਆਈ ਮੇਰੇ ਸਤਿਗੁਰੂ ਪਾਤਸ਼ਾਹ ਦੇ ਚਰਨ ਹਨ। ਸਰਨ ਪਰਿਓ ਮੈਂ ਧਾਈ। ਤੇ ਕਹਿੰਦਾ ਮੈਂ ਭੱਜ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋ ਸੋ ਸਾਰਦੂਲ ਦੀ ਨਿਆਈ ਚਰਨ ਹਨ, ਉਹਨਾਂ ਦੀ ਸ਼ਰਨ ਵਿੱਚ ਭੱਜ ਕੇ ਪੈਂਦਾ ਹਾਂ। ਜੰਬਕ ਜਮ ਬਪਰਾ ਨਿਬਲ। ਵਿਚਾਰਾ ਕਮਜ਼ੋਰ ਤੇ ਵਿਚਾਰਾ ਜਿਹਾ ਇਹ ਜਿਹੜਾ ਜਮਦੂਤ ਹੈ, ਸੋ ਕਹਿੰਦੇ ਉਹ ਇਸ ਪ੍ਰਕਾਰ ਜੰਬਕ ਜੋ ਗਿੱਦੜ ਦੀ ਨਿਆਈ ਹੈ, ਤਾ ਕੋ ਕਹਾਂ ਬਸਾਈ। ਉਹਦਾ ਕੀ ਵਸ ਚੱਲ ਸਕਦਾ ਹੈ ਜਦੋਂ ਕਿ ਮੈਂ ਧੰਨ ਗੁਰੂ ਨਾਨਕ ਸਾਹਿਬ ਦੀ ਸ਼ਰਨ ਲੈ ਲਈ ਹੈ। ਸ੍ਰੀ ਬਾਲਾ ਸੰਦਰ ਵਾਚ। ਬਾਲਾ ਜੀ ਸੰਦਰ ਸੰਧੂ ਗੋਤ ਵਾਲੇ ਆਵਾਜ਼ ਕਥਨ ਕਰਦੇ ਹਨ। ਚਉਪਈ ਸੁਨੋ ਕਥਾ ਸ੍ਰੀ ਅੰਗਦ ਰੂਰੀ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਹੋ, ਬੜੀ ਸੁੰਦਰ ਕਥਾ ਹੈ, ਆਪ ਸਰਵਣ ਕਰੋ। ਇਹ ਜੋ ਕਥਾ ਦਾ ਸੋ ਇਸ ਪ੍ਰਕਾਰ ਉਚਾਰਨ ਹੋਇਆ ਹੈ, ਸੋ ਇਸ ਪ੍ਰਕਾਰ ਖਡੂਰ ਸਾਹਿਬ ਸਰੋਵਰ ਬਣਿਆ। ਸਰੋਵਰ ਦੇ ਕਿਨਾਰੇ ਦੇ ਉੱਤੇ ਇੱਕ ਪਾਸੇ ਗੁਰਦੁਆਰਾ, ਉਹਦਾ ਨਾਮ ਹੈ ਨਾਨਕਿਆਣਾ ਸਾਹਿਬ। ਉਸ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਥੜਾ ਬਣਿਆ ਹੋਇਆ ਹੈ, ਨਾਲ ਹੀ ਗੁਰਦੁਆਰਾ ਸਾਹਿਬ ਦੇ ਸੋ ਥੜਾ ਬਣਿਆ ਹੋਇਆ ਹੈ। ਇਸ ਯਾਦ ਵਿੱਚ ਆ ਵੀ ਇੱਥੇ ਬੈਠ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਭਾਈ ਬਾਲਾ ਜੀ ਦੇ ਕੋਲੋਂ ਸੋ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਸਰਵਣ ਕੀਤਾ ਹੈ। ਸਾਡੇ ਕੋਲ ਇਹ ਇਤਿਹਾਸ ਮੌਜੂਦ ਨੇ, ਸਥਾਨ ਮੌਜੂਦ ਨੇ, ਪਰ ਫਿਰ ਵੀ ਇਹ ਤਰਕਵਾਦੀ ਲੋਕ ਜਿਹੜੇ ਉਹ ਇਹ ਪ੍ਰਚਾਰ ਕਰੇ ਭਾਈ ਬਾਲਾ ਜੀ ਕਹਿੰਦੇ ਹੋਏ ਹੀ ਨਹੀਂ, ਕਹਿੰਦੇ ਭਾਈ ਬਾਲਾ ਤੇ ਹੋਇਆ ਹੀ ਨਹੀਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਕਿਉਂਕਿ ਭਾਈ ਬਾਲਾ ਜੋ ਤੋਂ ਸਾਡਾ ਗੁਰੂ ਨਾਨਕ ਦਾ ਇਤਿਹਾਸ ਸ਼ੁਰੂ ਹੋਇਆ, ਸਾਡੇ ਮੁੱਢ ਨੂੰ ਉਖੇੜਨ ਦੀ ਕੋਸ਼ਿਸ਼ ਹੈ। ਸਤਿਗੁਰੂ ਦੀਆਂ ਰਹਿਮਤਾਂ ਨੇ ਇਹ ਸੱਚ ਧਰਮ ਦਾ ਮੁੱਢ ਹੈ। ਤੋ ਗਰੀਬ ਨਵਾਜ ਜੀ ਸੋ ਬਖਸ਼ਿਸ਼ ਕਰ ਰਹੇ ਭਾਈ ਬਾਲਾ ਜੀ ਇਸ ਪ੍ਰਕਾਰ ਸਾਹਿਬ ਗੁਰੂ ਅੰਗਦ ਦੇਵ ਸਾਨੂੰ ਸੁਣਾ ਰਹੇ ਨੇ ਗੁਰੂ ਦਾ ਇਤਿਹਾਸ। ਸਰਬ ਕਾਮਨਾ ਕਰੇ ਜੋ ਪੂਰੀ। ਭਾਈ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਜਸ ਹੈ, ਸਾਰੀਆਂ ਕਾਮਨਾ ਨੂੰ ਪੂਰਨ ਕਰਨ ਵਾਲਾ ਹੈ। ਸੁਦਰਸੈਨ ਕੇ ਦੇ ਉਰ ਧੀਰਾ। ਸੋ ਜਿਸ ਵੇਲੇ ਹਜੂਰ ਪਾਤਸ਼ਾਹ 1 ਮਹੀਨਾ ਠਹਿਰ ਕਰਕੇ ਤੋ ਰਾਜੇ ਸੁਦਰਸੈਨ ਨੂੰ ਕਹਿਣ ਲੱਗੇ ਵੀ ਹੁਣ ਅਸੀਂ ਸੋ ਭਾਈ ਅੱਗੇ ਜਾਣਾ ਹੈ। ਉਸ ਵੇਲੇ ਸਾਰੇ ਹੀ ਇਸ ਪ੍ਰਕਾਰ
ਇੰਦਰ ਸੈਨ, ਝੰਡਾ ਬਾਢੀ ਆਦਿ ਹੋਰ ਸੰਗਤਾਂ ਇਕੱਤਰ ਹੋ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦੀਆਂ ਨੇ, ਮਹਾਰਾਜ ਵੀ ਤੁਸੀਂ ਸਾਡੇ ਕੋਲ ਟਿਕੋ। ਸਾਰੇ ਇਸ ਪ੍ਰਕਾਰ ਘਬਰਾਏ ਸਨ। ਮਹਾਰਾਜ ਨੇ ਹੌਸਲਾ ਦਿੱਤਾ ਹੈ। ਗਮਨੇ ਆਗੇ ਗੁਨੀ ਗਹੀਰਾ, ਗੁਣਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ। ਸੋ ਇਹਨਾਂ ਨੂੰ ਧੀਰਜ ਦੇ ਕੇ, ਹੌਸਲਾ ਦੇ ਕੇ ਅੱਗੇ ਚੱਲੇ ਹਨ। ਚੱਲੇ ਜਾਹੇ ਸਾਗਰ ਪੈ ਐਸੇ, ਤੇ ਮੇਰੇ ਸਤਿਗੁਰੂ ਪਾਤਸ਼ਾਹ, ਕਿਉਂਕਿ ਟਾਪੂਆਂ ਵਿੱਚ ਜ਼ਿਕਰ ਹੈ ਵੀ ਵਿਚਰ ਰਹੇ ਨੇ, ਸਮੁੰਦਰ ਦੇ ਜਜ਼ੀਰੇ ਜਿਹੜੇ ਨੇ, ਤਾਂ ਕਹਿੰਦੇ ਜਲ ਤੇ ਗੁਰੂ ਸਾਹਿਬ ਤੁਰੇ ਜਾਂਦੇ ਹਨ। ਬਿਨਾ ਪੰਕ ਧਰਨੀ ਪਰ ਜੈਸੇ, ਤੇ ਮਹਾਰਾਜ ਇਉਂ ਤੁਰੇ ਜਾਂਦੇ ਨੇ ਜਿਸ ਤਰ੍ਹਾਂ ਸੁੱਕੀ ਧਰਤੀ ਦੇ ਬਿਨਾਂ ਚਿੱਕੜ ਤੋਂ ਧਰਤੀ ਹੋਵੇ, ਤੇ ਉਸ ਤੇ ਤੁਰਦੇ, ਇਉਂ ਗੁਰੂ ਸਾਹਿਬ ਜੀ ਤੁਰੇ ਜਾ ਰਹੇ ਨੇ। ਇਹ ਸਾਰਾ ਕੁਛ ਤਾਂ ਗੁਰੂ ਸਾਹਿਬ ਦੀ ਰਚਨਾ ਹੈ। ਇਹ ਤਾਂ ਜਿਹੜੇ ਥੋੜ੍ਹਾ ਬਹੁਤਾ ਵੀ ਸੋ ਜੰਤਰ ਮੰਤਰ ਜਾਣਦੇ, ਇਹਨਾਂ ਕੋ ਵੀ ਕਰਕੇ ਵਿਖਾ ਦਿੰਦੇ ਨੇ। ਗੁਰੂ ਸਾਹਿਬ ਤੇ ਆਪ ਸਰਬ ਕਲਾ ਸਮਰੱਥ ਹਨ। ਭਨਤ ਜਾਤ ਸ੍ਰੀ ਮੁਖ ਤੇ ਬਚਨ, ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੋ ਮੁਖ ਤੋਂ ਬਚਨ ਕਰਦੇ ਜਾ ਰਹੇ ਨੇ। ਗੁਰਬਾਣੀ ਦੇ ਅੰਦਰ ਕਬੀਰ ਜੀ ਦਾ ਜ਼ਿਕਰ ਆਉਂਦਾ ਹੈ। ਜਦੋਂ ਉਹਨਾਂ ਨੂੰ ਸੋ ਜੰਜੀਰਾਂ ਬੰਨ੍ਹ ਕਰਕੇ ਸੋ ਰਾਜੇ ਨੇ ਸੋ ਗੰਗਾ ਦੇ ਵਿੱਚ ਡੋਬ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਗੰਗਾ ਨੇ ਡੋਬਿਆ ਨਹੀਂ ਸੀ। ਤੇ ਕਬੀਰ ਜੀ ਕਹਿੰਦੇ ਮਿਰਗਸ਼ਾਲਾ ਪਰ ਬੈਠੇ ਕਬੀਰ ਜੀ ਕਹਿੰਦੇ ਉਹ ਮਿਰਗਸ਼ਾਲਾ ਤੇ ਬੈਠੇ ਜਿਵੇਂ ਕਿਸ਼ਤੀ 'ਚ ਬੈਠੇ, ਇਉਂ ਪਾਣੀ ਦੇ ਉੱਤੇ ਤਰਦੇ ਸਨ। ਤੋਂ ਭਾਵ ਹੈ ਇਹ ਮੇਰੇ ਸਤਿਗੁਰ ਬੰਦਗੀ ਵਾਲੇ ਲੋਕਾਂ ਵਾਸਤੇ ਸਾਰੇ ਆਗਿਆ ਵਿੱਚ ਹਨ। ਹਾਸ ਕਰਨ ਕੀ ਜਿਨ ਮਨ ਰਚਨਾ, ਮੇਰੇ ਸਤਿਗੁਰੂ ਜੀ ਬਚਨ ਕਰਦੇ ਨੇ ਜਿਨ੍ਹਾਂ ਵਿੱਚ ਹਾਸ, ਸੋ ਇਸ ਪ੍ਰਕਾਰ ਕਰਨ ਦੀ ਰਚਨਾ ਹੈ। ਰਚਨਾ ਐਸੀ ਕੀਤੀ, ਮਹਾਰਾਜ ਐਸੇ ਬਚਨ ਕਰਦੇ ਨੇ ਜੋ ਇਸ ਪ੍ਰਕਾਰ ਖੁਸ਼ ਕਰਨ ਵਾਲੇ। ਟਾਪੂ ਆਵਾ ਏਕ ਅਗਾਰੀ, ਅੱਗੇ ਫਿਰ ਇੱਕ ਹੋਰ ਟਾਪੂ ਆ ਗਿਆ ਹੈ। ਗਮਨ ਕੀਨ ਪੁਨ ਤਾਹੇ ਮਝਾਰੀ, ਉਹਦੇ ਵਿੱਚ ਮੇਰੇ ਸਤਿਗੁਰੂ ਟਾਪੂ ਦੇ ਵਿੱਚ ਪ੍ਰਵੇਸ਼ ਕਰ ਗਏ ਹਨ। ਦੋਏ ਕੋਸ ਤੇ ਪੁਰ ਇੱਕ ਦੇਖਾ, ਦੋ ਕੁ ਕੋਹ ਚੱਲੇ ਹਨ ਤੇ ਅੱਗੇ ਇੱਕ ਪੁਰੀ, ਇੱਕ ਸ਼ਹਿਰ ਦੇਖਿਆ ਹੈ। ਅਤ ਸੁੰਦਰ ਜਿਹ ਦੁਰਗ ਬਸੇਖਾ, ਭਾਈ ਬੜਾ ਸੋਹਣਾ ਕਿਲਾ ਬਣਿਆ ਹੋਇਆ ਉਹ ਸ਼ਹਿਰ ਦਾ। ਤੇ ਠਾਂ ਬੈਸ ਗਏ ਗਤ ਦਾਨਾ, ਤੇ ਮੇਰੇ ਮੁਕਤੀ ਦਾਤਾ ਸਤਿਗੁਰੂ ਜੀ ਜਗ੍ਹਾ ਵੇਖ ਕਰਕੇ ਬੈਠ ਗਏ ਹਨ। ਨਿਕਟ ਨਗਰ ਨਹਿ ਕੀਨ ਪਿਆਨਾ, ਭਾਵੇਂ ਨੇੜੇ ਹੀ ਸੀ ਨਗਰ, ਨੇੜੇ ਸੀ, ਪਰ ਗੁਰੂ ਸਾਹਿਬ ਨਗਰ ਵਿੱਚ ਪ੍ਰਵੇਸ਼ ਨਹੀਂ ਕੀਤਾ ਹੈ। 3 ਦਿਵਸ ਬੀਤੇ ਉਦਿਆਨਾ, 3 ਦਿਨ ਮੇਰੇ ਸਤਿਗੁਰੂ ਜੀ ਇਉਂ ਹੀ ਜੰਗਲ ਵਿੱਚ ਇਕਾਂਤ ਵਿੱਚ ਬੈਠੇ ਰਹੇ ਦੂਰ ਸ਼ਹਿਰ ਤੋਂ। ਤਬ ਮਰਦਾਨੇ ਬਚਨ ਬਖਾਨਾ, ਮੁਰਦਾਨੇ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ, ਆਇਸ ਦੇਹੋ ਨਗਰ ਮਹਿ ਜਾਵੋ, ਗਰੀਬ ਨਵਾਜ ਕਿਰਪਾ ਕਰੋ, ਸੋ ਆਗਿਆ ਦਿਓ ਕਿ ਮੈਂ ਨਗਰ ਦੇ ਵਿੱਚ ਜਾਵਾਂ ਜੀ। ਤੇਹ ਬਲੋਕ ਮੈਂ ਤੂਰਨ ਆਵੋ, ਕਿਰਪਾ ਕਰੋ ਮੈਂ ਛੇਤੀ ਵੇਖ ਕਰਕੇ ਨਗਰੀ ਨੂੰ ਆ ਜਾਵਾਂਗਾ। ਬੋਲਤ ਭੇ ਸ੍ਰੀ ਮੁਖ ਬਿਗਸਾਨੇ, ਤੇ ਮੇਰੇ ਸਤਿਗੁਰੂ ਜੀ ਪ੍ਰਸੰਨ ਹੋ ਕਰਕੇ ਬੋਲਦੇ ਕਹਿੰਦੇ ਹਨ, ਸੁਦਾ ਲੱਗੀ ਹੋਏ ਹੈ ਮਰਦਾਨੇ, ਮਰਦਾਨੇ ਇਉਂ ਲੱਗਦਾ ਜਿਵੇਂ ਤੈਨੂੰ ਭੁੱਖ ਲੱਗੀ ਹੋਵੇ। ਦੋਹਰਾ ਤਮ ਕੋ ਭੂਖ ਨਾ ਵਿਆਪਈ, ਤੇ ਮਰਦਾਨਾ ਕਹਿੰਦਾ ਮਹਾਰਾਜ ਤੁਹਾਨੂੰ ਤਾਂ ਕਦੇ ਭੁੱਖ ਲੱਗਦੀ ਨਹੀਂ ਹੈ, ਤਿਖਾ ਸਤਾਏ ਨਾ ਕੋਈ, ਤੇ ਨਾ ਹੀ ਤੁਹਾਨੂੰ ਕਦੇ ਪਿਆਸ ਸਤਾਉਂਦੀ ਹੈ। ਮੋਕੋ ਆਤੁਰ ਅਤ ਕਰੈ, ਮਹਾਰਾਜ ਪਰ ਮੈਨੂੰ ਹੁਣ ਭੁੱਖ ਤੇ ਪਿਆਸ ਬੜਾ ਤੰਗ ਕਰਦੀ ਹੈ। ਕਿਉ ਨਿਰਬਾਹੇ ਹਮ ਹੋਏ, ਮਹਾਰਾਜ ਦੱਸੋ ਮੇਰਾ ਨਿਭਾਅ ਤੁਹਾਡੇ ਨਾਲ ਕਿੱਦਾਂ ਹੋਵੇਗਾ ਜੀ। ਚਉਪਈ ਫਿਰੋਂ ਸੰਗ ਤੁਮਰੇ ਹੱਠ ਕਰਕੇ, ਮਹਾਰਾਜ ਮੈਂ ਹੱਠ ਕਰਕੇ ਨਾ ਵੱਡਾ ਹੀ ਦਿਲ ਕਰਕੇ ਤੁਰਿਆ ਫਿਰਦਾ ਤੁਹਾਡੇ ਨਾਲ। ਅਚੋਂ ਅਸਨ ਅਬ ਨਗਰ ਨਿਹਾਰ ਕੇ, ਹੁਣ ਮਹਾਰਾਜ ਦਾ ਸ਼ਹਿਰ ਦਿਸਦਾ ਹੈ ਵੀ ਚਲੋ ਮੈਂ ਜਾ ਕੇ ਦੇਖ ਕੇ ਮੰਗ ਮੂੰਹ ਕੇ ਕਿਤੇ ਪ੍ਰਸ਼ਾਦਾ ਛਕ ਆਵਾਂਗਾ। ਸ੍ਰੀ ਗੁਰ ਭਨੇ ਧਰਹੁ ਸੰਤੋਖੰ, ਮਹਾਰਾਜ ਕਹਿਣ ਲੱਗੇ ਮਰਦਾਨਾ ਇੰਜ ਨਾ ਕਰ ਪਾਈ ਤੇ ਸੰਤੋਖ ਧਾਰ ਅਜੇ। ਸ੍ਰੀ ਕਰਤਾਰ ਕਰੇ ਤਬ ਪੋਖੰ, ਕਰਤਾਰ ਪਰਮੇਸ਼ਵਰ ਤੇਰੀ ਪਾਲਣਾ ਕਰੇਗਾ ਪਰਮੇਸ਼ਵਰ। ਜਤਨ ਕਰਨ ਹਿਤ ਮਨ ਨਾ ਡੁਲਾਵਹੁ, ਇਸ ਵਾਸਤੇ ਵਾਹਿਗੁਰੂ ਪਰਮੇਸ਼ਰ ਹੀ ਯਤਨ ਕਰਦਾ ਹੈ, ਤੂੰ ਆਪਣਾ ਮਨ ਸੋ ਡੁਲਾ ਨਾ ਇਹ ਯਤਨ ਕਰਨ ਵਾਸਤੇ। ਪਰਾ ਲਬਦ ਬੈਠੇ ਹੀ ਪਾਵਹੁ, ਤੂੰ ਇੱਥੇ ਬਹਿ ਜਾ ਤੇਰੀ ਪ੍ਰਾਰੰਭ ਇੱਥੇ ਪਹੁੰਚ ਜਾਏਗੀ। ਬੂਝਨ ਲੱਗਾ ਬਹੁਰ ਮਰਦਾਨਾ, ਮਰਦਾਨਾ ਪੁੱਛਦਾ ਹੈ ਫਿਰ ਇਸ ਤਰ੍ਹਾਂ, ਕਿਆ ਇਹ ਪੁਰ ਕੋ ਨਾਮ ਸੁਜਾਨਾ, ਮਹਾਰਾਜ ਇਸ ਪੁਰੀ ਦਾ ਨਾਮ ਕੀ ਹੈ। ਸੁਨ ਸ੍ਰੀ ਗੁਰ ਨੇ ਦੀਨ ਬਤਾਈ, ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ ਇਸ ਦੇ ਤਾਈਂ, ਨਾਮ ਬ੍ਰਹਮਪੁਰ ਇਸ ਹੈ ਅਲਾਈ, ਭਾਈ ਉਸ ਸਮੇਂ ਦਿੱਤੇ ਇਹਦਾ ਨਾਮ ਕਹਿੰਦੇ ਬ੍ਰਹਮਪੁਰਾ ਬਾਰੇ ਦੱਸਿਆ ਹੈ। ਤੋ ਸਾਡੇ ਖੋਜੀ ਜਨਾਂ ਨੇ ਦੇਖਿਆ ਕਹਿੰਦੇ ਵੀ ਅਸਾਮ ਆਦਿਕ ਦੇ ਇਲਾਕੇ ਪਹਾੜੀਆਂ ਦੇ ਇਲਾਕੇ ਦਾ ਇਹ
ਅੰਦਾਜ਼ਾ ਹੋ ਸਕਦਾ ਹੈ। ਜਾਨਹੁ ਬ੍ਰਾਹਮਣ ਭੂਪਤ ਨਗਰਾ, ਕਿਉਂਕਿ ਇਸ ਸ਼ਹਿਰ ਦਾ ਰਾਜਾ ਜਿਹੜਾ ਉਹ ਬ੍ਰਾਹਮਣ ਹੈ। ਕਰਤ ਰਾਜ ਇਹ ਟਾਪੂ ਸਗਰਾ, ਇਸ ਸਾਰੇ ਹੀ ਟਾਪੂ ਵਿੱਚ ਇੰਨੇ ਇਲਾਕੇ ਦੇ ਵਿੱਚ ਉਹ ਰਾਜ ਕਰ ਰਿਹਾ ਹੈ। ਕਹਿਤ ਪਰਸ ਪਰ ਅਸ ਬਿਦ ਬੈਨਾ, ਇਸ ਤਰੀਕੇ ਨਾਲ ਆਪੂ ਵਿੱਚ ਬਚਨ ਕਰਦੇ ਸਨ। ਜੇ ਨਿਜ ਕਿੰਕਰ ਤੇ ਗਤ ਦੇਨਾ, ਜੋ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਕਿੰਕਰ ਦਾਸਾਂ ਨੂੰ, ਸੇਵਕਾਂ ਸਿੱਖਾਂ ਨੂੰ ਮੁਕਤੀ ਦੇਣ ਵਾਲੇ ਹਨ। ਤਿਹ ਸ਼ਨ ਬ੍ਰਿੰਦ ਮਿਰਗ ਲਗ ਆਏ, ਇੰਨੇ ਛੋਟੇ ਛੋਟੇ ਹਰਨਾਂ ਦੇ ਬੱਚੇ ਦੌੜੇ ਦੌੜੇ ਆਏ ਹਨ। ਚਕਤ ਬਲੋਕਤ ਸਰੋਨ ਉਠਾਏ, ਉਹਨਾਂ ਨੇ ਕੰਨ ਚੁੱਕੇ ਹੋਏ ਨੇ, ਨੇਤਰ ਬੜੇ ਹੈਰਾਨੀ ਨਾਲ ਭਰੇ ਭੱਜੇ ਜਾ ਰਹੇ ਹਨ ਕੋਲ ਦੀ। ਭੈ ਕਰ ਭਾਗੇ ਜਾਹੇ ਅਗਾਰੇ, ਬਹੁਤ ਡਰ ਦੇ ਨਾਲ ਦੌੜੇ ਜਾ ਰਹੇ ਹਨ। ਆਵਤ ਸੂਕਰ ਬਹੁਰ ਨਿਹਾਰੇ, ਫੇਰ ਦੇਖਿਆ ਹੈ ਮਗਰ ਸੋ ਇਸ ਪ੍ਰਕਾਰ ਸੂਰ ਭੱਜੇ ਆਉਂਦੇ ਹਨ ਜੰਗਲ ਦੇ। ਬਦਨ ਰਦਨ ਸਭ ਅਸ ਤਹਿ ਠੌਰੇ, ਉਹਨਾਂ ਦੇ ਇਸ ਪ੍ਰਕਾਰ ਜੋ ਬਦਨ ਮੁੱਖ ਹੈ, ਮੁੱਖ ਦੇ ਜਿਹੜੇ ਦੰਦ ਚਿੱਟੇ ਚਿੱਟੇ ਇਸ ਤਰ੍ਹਾਂ ਨਾਲ ਫੱਬਦੇ ਆ। ਜਨ ਸਸ ਗਹਿ ਰਾਹੋ ਬਹੁ ਦੌਰੇ, ਮਾਨੋ ਕਿ ਜਿਸ ਤਰ੍ਹਾਂ ਮੂੰਹ ਇਹਨਾਂ ਦੇ ਕਾਲੇ ਨੇ ਤੇ ਦੰਦ ਚਿੱਟੇ ਨੇ, ਇਉਂ ਸਮਝੋ ਜਿਸ ਤਰ੍ਹਾਂ ਰਾਹੂ ਨੇ ਚੰਦਰਮਾ ਨੂੰ ਫੜਿਆ ਹੋਵੇ। ਆਏ ਤਿੰਨ ਕੇ ਸਵਾਨ ਪਿਛਾਰੀ, ਉਹਨਾਂ ਦੇ ਮਗਰ ਮਗਰ ਕੁੱਤੇ ਆ ਗਏ ਹਨ ਦੌੜੇ ਜਾਂਦੇ। ਗਹਿਨ ਹੇਤ ਦੌਰੇ ਬਲ ਧਾਰੀ, ਇਹ ਸ਼ਿਕਾਰੀ ਕੁੱਤੇ ਹਨ, ਉਹਨੂੰ ਪਕੜਨ ਵਾਸਤੇ ਪਿੱਛੇ ਦੌੜ ਰਹੇ ਨੇ। ਲਏ ਬਾਵਰਾ ਪੁੰਨ ਨਰ ਆਏ, ਫੇਰ ਕਹਿੰਦੇ ਨੇ ਮਗਰ ਬੰਦੇ ਆ ਗਏ ਨੇ ਸ਼ਿਕਾਰੀ, ਜਿਨ੍ਹਾਂ ਨੇ ਬੌਰਾਂ ਫੜੀਆਂ ਹੋਈਆਂ ਨੇ। ਇਹ ਬੌਰਾਂ ਇਸ ਤਰ੍ਹਾਂ ਨਾਲ ਜਿਸ ਤਰ੍ਹਾਂ ਜਾਲ ਹੁੰਦਾ, ਇਉਂ ਮੋਟੇ ਰੱਸੇ ਦੀਆਂ ਬਣਾਈਆਂ ਹੁੰਦੀਆਂ, ਆਪਣੇ ਜਿੱਦਾਂ ਤੂੜੀ ਢੋਂਦੇ ਤੰਗੜ ਹੁੰਦੇ, ਥੋੜ੍ਹਾ ਖੁੱਲ੍ਹੇ ਘੁਰਿਆਂ ਦੇ ਹੁੰਦੇ, ਵੱਡੇ ਵੱਡੇ ਬਣਾਏ ਹੋਏ। ਇਹ ਜੰਗਲ ਦੇ ਵਿੱਚ ਸੋ ਇੱਕ ਪਾਸੇ ਇਹਨੂੰ ਬੰਨ੍ਹ ਦੇਣਾ, ਦੂਸਰੇ ਪਾਸਿਓਂ ਭਜਾਉਣਾ ਇਹ ਜੰਗਲੀ ਜਾਨਵਰਾਂ ਨੂੰ, ਤੇ ਉਹ ਵਿਚਾਰੇ ਵਿੱਚ ਫਸ ਜਾਇਆ ਕਰਦੇ ਤੇ ਮੁੜ ਕੇ ਉਹਨਾਂ ਨੂੰ ਮਾਰ ਲਿਆ ਕਰਦੇ ਸ਼ਿਕਾਰੀ। ਉਹਨਾਂ ਬੌਰਾਂ ਕਹਿੰਦੇ ਨੇ, ਫਾਹੀ ਸਮਝ ਲਓ ਜਾਲ ਬਣਾਇਆ ਹੁੰਦਾ। ਤੋ ਕਹਿੰਦੇ ਬੌਰਾਂ ਲੈ ਕਰਕੇ ਭੱਜੇ ਆਉਂਦੇ ਲੋਕ, ਬੰਦੇ ਦੇਖੇ ਸ਼ਿਕਾਰੀ ਮਗਰ। ਬਹਿਰੀ ਬਾਜ ਸੀ ਚਾਨ ਉਡਾਏ, ਤੇ ਫਿਰ ਨਾਲ ਦੇ ਨਾਲ ਸੋ ਬਹਿਰੀ ਤੇ ਸੀਚਾਨ, ਇਹ ਜਿਹੜੇ ਨੇ ਇਹ ਬਾਜ ਦੀਆਂ ਕਿਸਮਾਂ ਨੇ। ਇੱਕ ਬਾਜ ਹੁੰਦਾ, ਇਹ ਬਹਿਰੀ ਹੁੰਦੀ ਹੈ, ਸੀਚਾਨ ਹੁੰਦੇ ਨੇ, ਇਹ ਇਹਨਾਂ ਦੀਆਂ ਕਿਸਮਾਂ ਹਨ। ਇਹ ਬਾਜ ਦਾ ਹੀ ਰੂਪ ਹਨ, ਜਿਹੜੇ ਕਿ ਝਪਟ ਮਾਰ ਕੇ ਪੰਛੀਆਂ ਦਾ ਸ਼ਿਕਾਰ ਕਰਦੇ ਹਨ। ਜਿਨ ਤੇ ਬਹੁਤ ਬਿਹੰਗ ਗਹਾਏ, ਜਿਨ੍ਹਾਂ ਤੋਂ ਇਹਨਾਂ ਨੇ ਬਹੁਤ ਸਾਰੇ ਪੰਛੀ ਫੜਾਏ ਨੇ, ਸ਼ਿਕਾਰ ਕੀਤਾ ਹੈ। ਬਹੁਰ ਸੌਰ ਦੁਰਾਵਤ ਆਏ, ਤੋ ਕਹਿੰਦੇ ਨੇ ਫਿਰ ਆਗੇ ਘੋੜਾ ਸਵਾਰ ਜਿਹੜੇ ਨੇ, ਤੋ ਇਸ ਪ੍ਰਕਾਰ ਅਸਵਾਰ ਆਗੇ ਮਗਰ ਘੋੜੇ ਦੜਾਉਂਦੇ ਹੋਏ। ਤਿਨ ਕੇ ਪਾਛੇ ਹੁਤੋ ਭੁਲਾਵਾ, ਭੁਪਾਲਾ ਕਹਿੰਦੇ ਉਹਨਾਂ ਦੇ ਮਗਰ ਭੁਆਲਾ ਸੋ ਰਾਜਾ ਜਿਹੜਾ ਸੀ ਉਹਨਾਂ ਦੇ ਮਗਰ ਆ ਰਿਹਾ ਸੀ। ਜਾ ਕੀ ਸੋਭਾ ਦਿਪਤ ਵਿਸਾਲਾ, ਜਿਹਦੀ ਸੋਭਾ ਉਂਝ ਹੀ ਪ੍ਰਕਾਸ਼ ਰਾਈ ਸੀ, ਕਿਉਂਕਿ ਰਾਜਾ ਸੀ, ਕੀਮਤੀ ਬਸਤਰ ਆਦਿਕ ਸਾਰੇ ਪਹਿਰੇ ਹੋਏ ਸਨ, ਬੜੀ ਸੋਭਾ ਫੱਬ ਰਹੀ ਸੀ ਇਸ ਦੀ। ਜਹ ਬੈਸੇ ਬੇਦੀ ਕੁਲ ਦੀਪਾ, ਜਿੱਥੇ ਬੇਦੀ ਕੁਲ ਦੇ ਪ੍ਰਕਾਸ਼ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਸੋ ਚੱਲ ਆਵਾ ਤਬਹਿ ਸਮੀਪਾ, ਤਦੋਂ ਚੱਲ ਕੇ ਗੁਰੂ ਸਾਹਿਬ ਦੇ ਕੋਲ ਆ ਗਿਆ। ਮਰਦਾਨੇ ਸੋ ਬੋਲਿਓ ਐਸੇ, ਆਣ ਕੇ ਤੇ ਮਰਦਾਨੇ ਨੂੰ ਰਾਜਾ ਕਹਿੰਦਾ ਹੈ ਇਹ, ਅਹੋ ਕੌਣ ਤੁਮ ਕਾਨਨ ਬੈਸੇ, ਕਹਿੰਦੇ ਤੁਸੀਂ ਕੌਣ ਹੋ, ਜੰਗਲ 'ਚ ਬੈਠੇ ਹੋਏ ਇੱਥੇ। ਬੈਸਿਓ ਖਿਜਤ ਸੁਦਾ ਜਿਹ ਲਾਗੀ, ਮਰਦਾਨੇ ਨੂੰ ਲੱਗੀ ਸੀ ਭੁੱਖ, ਗੁਰੂ ਸਾਹਿਬ ਦਾ ਕੌਤਕ ਸੀ, ਖਿਜਿਆ ਬੈਠਾ ਸੀ। ਨਿਰਪ ਬੂਝੇ ਤੇ ਰਿਸ ਪੁਨ ਜਾਗੀ, ਜਦੋਂ ਰਾਜੇ ਨੇ ਪੁੱਛਿਆ ਤੇ ਮਰਦਾਨਾ ਤੇ ਵਿਚਾਰਾ ਅੱਗੇ ਹੀ ਅੱਕਿਆ ਬੈਠਾ ਸੀ, ਅੱਗੋਂ ਬੋਲਿਆ ਨਾਰਾਜ਼ਗੀ ਨਾਲ। ਕਹਿਣ ਲੱਗਿਓ ਲੋਚਨ ਤੁਝ ਸੰਗਾ, ਕਹਿਣ ਲੱਗਾ ਅੱਖਾਂ ਤੈਨੂੰ ਰੱਬ ਨੇ ਦਿੱਤੀਆਂ ਨੇ, ਦਿਖਦਾ ਨਹੀਂ ਤੈਨੂੰ ਕੌਣ ਆ ਸੀ। ਦੇਖੋ ਹਮ ਮਨੁੱਖ ਸਰਬੰਗਾ, ਚੰਗੇ ਭਲੇ ਤੈਨੂੰ ਦੀਦਾ ਨਹੀਂ ਸੀ, ਬੰਦੇ ਹੀ ਬੈਠੇ ਆ, ਹੋਰ ਕੌਣ ਆ ਸੀ। ਇਸ ਤਰੀਕੇ ਨਾਲ ਵਿਚਾਰਾ ਖਿਜਿਆ ਸੀ, ਅੱਗੋਂ ਬੋਲਿਆ ਰਾਜੇ ਨੂੰ। ਮਦਰ ਬੈਨ ਸੁਨ ਬੈਨ ਅਲਾਏ, ਇਹ ਰਾਜੇ ਦਾ ਨਾਮ ਸੀ ਮਦਰ ਬੈਨ। ਇਹ ਸੁਣ ਕਰਕੇ ਫਿਰ ਪੁੱਛਦਾ ਹੈ, ਹੋ ਅਤੀਤ ਤੁਮ ਦੇਹੋ ਬਤਾਏ, ਜੇ ਤੁਸੀਂ ਅਤੀਤ ਬ੍ਰਗਦ ਸਾਧੂ ਹੋ ਤੇ ਸਾਨੂੰ ਦੱਸ ਦਿਓ। ਖਿਜ ਕੇ ਬਹੁ ਬੋਲਿਓ ਮਰਦਾਨਾ, ਫਿਰ ਮਰਦਾਨਾ ਦੁਬਾਰਾ ਬੋਲਿਆ, ਕਹਿੰਦਾ ਤੁਝ ਕਿਆ ਲੋਚਨ ਸੰਗ ਦਿਖਾਨਾ, ਕਹਿੰਦੇ ਤੈਨੂੰ ਹੋਰ ਸਾਨੂੰ ਕੀ ਦਿਸਦਾ, ਤੈਨੂੰ ਅੱਖਾਂ ਨਾਲ ਦੀਦਾ ਨਹੀਂ ਵੀ ਅਸੀਂ ਸਾਧੀਆਂ, ਹੋਰ ਕੀਆਂ ਸੀ। ਅਸ ਕਹਿ ਬੰਕ ਨੈਣ ਕਰ ਹੇਰਾ, ਇਹੋ ਮਰਦਾਨਾ ਨੇ ਕ੍ਰੋਧ ਨਾਲ ਟੇਢੀਆਂ ਜੀ ਅੱਖਾਂ ਕਰਕੇ ਰਾਜੇ ਵੱਲ ਤੱਕਿਆ। ਨਿਰਪ ਸੋ ਬੋਲਿਓ ਬਚਨ ਨਾ ਫੇਰਾ, ਫਿਰ
ਫੇਰ ਨਹੀਂ ਰਾਜੇ ਨਾਲ ਗੱਲ ਕੀਤੀ ਮਰਦਾਨੇ ਨੇ ਗੁੱਸੇ ਨਾਲ। ਨੀਚ ਢੀਠ ਕਰ ਬੈਠ ਰਹਾਵਾ। ਤੋ ਕਹਿੰਦੇ ਇਸ ਪ੍ਰਕਾਰ ਡੀਠ, ਸੋ ਕਹਿੰਦੇ ਆਪਣੀ ਅੱਖਾਂ ਨੀਵੀਆਂ ਕਰਕੇ ਚੁੱਪ ਕਰਕੇ ਬਹਿ ਗਿਆ ਮਰਦਾਨਾ, ਗੁੱਸਾ ਝਾੜ ਕੇ ਇੰਨਾ ਕੁ। ਜਿਹ ਕਹਿ ਕੋ ਨਹਿ ਬੋਲ ਸੁਖਾਵਾ। ਤੇ ਜਿਹਨੂੰ ਕਿਸੇ ਦਾ ਬੋਲ ਚੰਗਾ ਨਹੀਂ ਲੱਗਦਾ, ਹੁਣ ਖਿਝਿਆ ਬੈਠਾ, ਕਹਿੰਦੇ ਭੁੱਖ ਲੱਗੀ, ਮਹਾਰਾਜ ਜਾਣ ਵੀ ਨਹੀਂ ਦਿੰਦੇ, ਕਹਿੰਦੇ ਇੱਥੇ ਹੀ ਬੈਠ, ਇਸ ਕਰਕੇ ਖਿਝ ਗਿਆ ਸੀ। ਸੁਨ ਸ੍ਰੀ ਅੰਗਦ ਮੈਂ ਤਬ ਜਾਨੀ। ਤੋ ਕਹਿਣ ਲੱਗਾ ਭਾਈ ਬਾਲਾ ਜੀ ਕਹਿੰਦਾ ਫਿਰ ਮੈਂ ਜਾਣ ਲਿਆ, ਮਹਾਰਾਜ ਦੇ ਕੋਲ ਬੈਠੇ ਆ। ਸ੍ਰੀ ਨਾਨਕ ਹੈ ਤੂਸਨ ਠਾਨੀ। ਧੰਨ ਮੇਰੇ ਸਤਿਗੁਰੂ ਨਾਨਕ ਸਾਹਿਬ ਦਾ ਚੁੱਪ ਕਰਕੇ ਬੈਠੇ ਹਨ। ਖਿਜਿਓ ਸੁਦਾ ਸੋ ਬਹੁ ਮਰਦਾਨਾ। ਤੇ ਮਰਦਾਨਾ ਵਿਚਾਰਾ ਭੁੱਖ ਦੇ ਨਾਲ ਖਿਜਿਆ ਬੈਠਾ ਹੈ। ਜਿਉ ਵਿਚਾਰ ਮੈਂ ਬਚਨ ਬਖਾਨਾ। ਇਉਂ ਵਿਚਾਰ ਕਰਕੇ ਭਾਈ ਬਾਲਾ ਜੀ ਕਹਿੰਦੇ ਫਿਰ ਮੈਂ ਬਚਨ ਕੀਤਾ ਰਾਜੇ ਨਾਲ। ਦੋਹਰਾ ਹਮ ਆਏ ਪਰਦੇਸ ਤੇ। ਦੇਖੋ ਭਾਈ ਅਸੀਂ ਕਹਿੰਦੇ ਪ੍ਰਦੇਸ਼ ਤੋਂ ਆਏ ਹਾਂ, ਬਾਹਰਲੇ ਦੇਸ਼ ਚੋਂ। ਕਿਸ ਹੂੰ ਸੋ ਨਾ ਪਛਾਨ। ਤੇ ਕਿਸੇ ਨਾਲ ਸਾਡੀ ਸਿਆਣ ਪਛਾਣ ਨਹੀਂ ਹੈ। ਸੰਤ ਬੇਖ ਦੇਖਤ ਫਿਰੈ। ਅਸੀਂ ਸੰਤ ਭੇਸ਼ ਵਿੱਚ ਹਾਂ, ਸੰਤ ਰੂਪ ਵਿੱਚ ਹਾਂ, ਅਸੀਂ ਵਿਚਰਦੇ ਫਿਰਦੇ ਦੇਖਦੇ ਫਿਰਦੇ ਹਾਂ। ਫਿਰੈ ਅਵਨੀ ਸੁਭ ਸਥਾਨ। ਇਸ ਧਰਤੀ ਤੇ ਚੰਗੇ ਸਥਾਨਾਂ ਨੂੰ ਦੇਖਦੇ ਜਾਂਦੇ ਹਾਂ ਅਸੀਂ। ਚਉਪਈ ਅਗਰਜ ਤਹ ਟਾਪੂ ਸੁਧ ਹੋਈ। ਤੋ ਇਸ ਟਾਪੂ ਦੇ ਵਿੱਚ ਪਹਿਲਾਂ ਖਬਰ ਪਹੁੰਚ ਗਈ ਸੀ। ਏਕ ਤਪਾ ਹੈ ਨਾਨਕ ਕੋਈ ਮਹਾਨ, ਸੋ ਗੁਰੂ ਨਾਨਕ ਪਾਤਸ਼ਾਹ ਜੀ ਐਸੇ ਤਪਾ ਹਨ, ਤਪਸਵੀ। ਝੰਡੇ ਕੋ ਸਤ ਗੁਰੂ ਬਨਾਇਆ। ਉਹਨਾਂ ਨੇ ਝੰਡੇ ਨੂੰ ਇਲਾਕੇ ਦਾ ਪੂਜਨੀਕ ਬਣਾ ਦਿੱਤਾ ਹੈ। ਸੁਦਰ ਸੈਨ ਬਹੁ ਭੂਪ ਵਧਾਇਆ। ਤੇ ਰਾਜਾ ਜਿਹੜਾ ਸੁਦਰ ਸੈਨ ਹੈ ਤੇ ਉਸ ਨੂੰ ਰਾਜ ਬਹੁਤ ਭਾਰੀ ਵਧਾ ਦਿੱਤਾ ਮਹਾਰਾਜ ਨੇ ਵਰਦਾਨ ਬਖਸ਼ ਕਰਕੇ। ਮਦਰ ਬੈਨ ਸਮਝੀ ਮਨ ਮਾਹੀ। ਤੇ ਮਦਰ ਬੈਨ ਇਹ ਗੱਲ ਸਮਝ ਗਿਆ ਮਨ ਵਿੱਚ ਸੁਣ ਕੇ। ਸੋ ਤਪਾ ਸੁਨਿਓ ਜਸ ਜਾਹੀ। ਉਹੀ ਹੋ ਸਕਦੇ ਇਹੋ ਜਿਹੇ ਤਪਸਵੀ ਮਹਾਨ ਪ੍ਰਤਾਪ ਵਾਲੇ ਜਿਹਨਾਂ ਦਾ ਮੈਂ ਜਸ ਸੁਣਿਆ ਹੈ। ਨਿਸ਼ਚੈ ਕਰ ਬੂਝਨ ਕੇ ਕਾਰਨ। ਆਪਣਾ ਸੋ ਨਿਸ਼ਚਾ ਕਰਨ ਵਾਸਤੇ, ਬੂਝਣ ਵਾਸਤੇ, ਸਮਝਣ ਵਾਸਤੇ ਇਸਨੇ ਬਹੁਰੋ ਕੀਨੋ ਬਚਨ ਉਚਾਰਨ। ਫੇਰ ਕਹਿੰਦੇ ਬਚਨ ਕੀਤਾ, ਕਹਿਣ ਲੱਗਾ ਕੋ ਹੈ ਨਾਮ ਕੌਣ ਤੁਮ ਦੇਸਾ। ਜੀ ਤੁਹਾਡਾ ਨਾਮ ਕੀ ਹੈ, ਤੁਹਾਡਾ ਇਲਾਕਾ ਦੇਸ਼ ਕਿਹੜਾ ਹੈ। ਕਹਾਂ ਸੁਧਾਰੋ ਕਾਕੋ ਬੇਸਾ। ਤੋ ਇਸ ਪ੍ਰਕਾਰ ਅੱਗੇ ਕਿੱਧਰ ਨੂੰ ਤੁਸੀਂ ਜਾਵੋਗੇ, ਕਿਹੜਾ ਧਰਮ ਹੈ ਤੁਹਾਡਾ, ਬੇਸ ਕਿਹੜਾ ਹੈ ਤੁਹਾਡਾ। ਸੁਨ ਮੈਂ ਕਹਿਓ ਨਾਮ ਮਮ ਬਾਲਾ। ਕਹਿਣ ਲੱਗਾ ਜੀ ਮੇਰਾ ਨਾਮ ਬਾਲਾ ਹੈ। ਇਹ ਸਰੂਪ ਸ੍ਰੀ ਨਾਨਕ ਦਇਆਲਾ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਦਿਆਲੂ ਸਰੂਪ ਸਤਿਗੁਰੂ ਜੀ ਹਨ। ਦੋਹਰਾ ਜਾ ਕੋ ਮਰਦਾਨਾ ਅਹੈ। ਇਹ ਜੋ ਬੈਠੇ ਹਨ ਭਾਈ ਮਰਦਾਨਾ ਜੀ ਹਨ ਸਾਡੇ ਨਾਲ। ਮਦਰ ਦੇਸ ਹਮ ਧਾਮ। ਮਦਰ ਪੰਜਾਬ ਦੇ ਸਾਡਾ ਘਰ ਹੈ। ਸੇਵਤ ਸ੍ਰੀ ਗੁਰੂ ਪਦ ਪਦਮ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੇ ਅਸੀਂ ਸੇਵਾਦਾਰ ਹਾਂ ਦੋਵੇਂ ਹੀ। ਮੁਕਤ ਹੋਣ ਕੇ ਕਾਮ। ਤੇ ਸਾਡਾ ਇਸ ਵਾਸਤੇ ਸੇਵਾ ਕਰਦੇ ਵੀ ਸਾਨੂੰ ਮੁਕਤੀ ਮਿਲ ਜਾਏ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਕੇ। ਚਉਪਈ ਹਰਖਿਓ ਮਦਰ ਬੈਨ ਸੁਨ ਬੈਨਾ। ਮਦਰ ਬੈਨ ਸੁਣ ਕਰਕੇ ਖੁਸ਼ ਹੋ ਗਿਆ। ਨਿਸ਼ਚੈ ਲਖਿਓ ਹਿਰਦੇ ਗਤ ਦੇਨਾ। ਜਾਣ ਲਿਆ ਵੀ ਮੁਕਤੀ ਦੇ ਦਾਤੇ ਉਹੀ ਗੁਰੂ ਨਾਨਕ ਸਾਹਿਬ ਜੀ ਹਨ। ਇਹ ਪੁੱਤਰ ਤੁਰੰਗ ਜੋਰ ਜੁਗ ਹਾਥਾ। ਘੋੜੇ ਤੋਂ ਉਤਰਿਆ ਸ਼ਰਧਾ ਦੇ ਨਾਲ, ਦੋਵੇਂ ਹੱਥ ਜੋੜੇ ਇਸਨੇ। ਭਇਓ ਦੀਨ ਬੰਦੇ ਜਗਨਾਥਾ। ਬੜਾ ਅਧੀਨ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕੀਤੀ ਰਾਜੇ ਨੇ। ਕੀਏ ਪ੍ਰੇਮ ਪੁਨ ਬਿਨੈ ਬਖਾਨੀ। ਬੜੇ ਪ੍ਰੇਮ ਦੇ ਸਹਿਤ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਇਸਨੇ। ਗਮਨੋ ਨਗਰ ਵਿਖੈ ਗੁਣ ਖਾਨੀ। ਤੁਸੀਂ ਗੁਣਾਂ ਦੇ ਖਜ਼ਾਨੇ ਮਹਾਰਾਜ ਕਿਰਪਾ ਕਰੋ, ਨਗਰੀ ਦੇ ਵਿੱਚ ਪ੍ਰਵੇਸ਼ ਕਰੋ। ਜਹ ਮੰਦਰ ਬਹੁ ਬਨੇ ਵਿਚਿਤਰਾ। ਬੜੇ ਸੁੰਦਰ ਮਹਾਰਾਜ ਇੱਥੇ ਮੰਦਰ ਮਕਾਨ ਬਣੇ ਹੋਏ ਹਨ। ਪਾਏ ਪਾਉ ਨਿਜ ਕਰੋ ਪਵਿੱਤਰਾ। ਕਿਰਪਾ ਕਰਕੇ ਚਰਨ ਪਾ ਕਰਕੇ ਪਵਿੱਤਰ ਕਰੋ ਮਹਾਰਾਜ ਇਸ ਨਗਰੀ ਨੂੰ। ਲੈ ਕਰ ਅੰਨ ਬਨਾਏ ਭੰਡਾਰਾ। ਜੇ ਮਹਾਰਾਜ ਤੁਸੀਂ ਸੋ ਆਪਣੀ ਹੀ ਕਿਰਿਆ ਦੁਆਰਾ ਬਣਾ ਕੇ ਲੰਗਰ ਛਕਦੇ ਹੋ ਤੇ ਅੰਨ ਪਦਾਰਥ ਲੈ ਕੇ ਆਪ ਲੰਗਰ ਤਿਆਰ ਕਰਕੇ ਛਕ ਲਓ। ਅਜੋ ਆਪ ਕਰ ਮਦਰ ਆਹਾਰਾ। ਸੋਹਣੇ ਮਿੱਠੇ ਸੁੰਦਰ ਸੁੰਦਰ ਭੋਜਨ ਤਿਆਰ ਕਰਕੇ ਛਕ ਲਓ ਜੀ। ਰੰਗ ਅਨੇਕ ਲਿਹੋ ਸੁਠ ਚੀਰੰ। ਤੇ ਮਹਾਰਾਜ ਬਹੁਤ ਰੰਗਾਂ ਦੇ ਸੋਹਣੇ ਤੇ ਸੋਹਣੇ ਬਸਤਰ ਹਨ, ਸੋ ਜਿੱਦਾਂ ਦੇ ਆਪ ਨੂੰ ਪਾਉਂਦੇ ਉਦਾਂ ਦੇ ਬਸਤਰ ਪ੍ਰਾਪਤ ਕਰੋ ਸਾਡੇ ਕੋਲੋਂ। ਪਹਿਰਹੁ ਗੁਨੀ ਗਹੀਰ ਸਰੀਰੰ। ਇਹ ਗੁਣਾਂ ਦੇ ਖਜ਼ਾਨੇ ਜੀ, ਸੋਹਣੇ ਸੋਹਣੇ ਬਸਤਰ ਧਾਰਨ ਕਰੋ ਜੀ। ਪੁਰ ਨਾ ਚਲਹੁ ਤੋ
ਇਹਾਂ ਪੁਚਾਵੂੰ। ਜੇ ਮਹਾਰਾਜ ਜੀ ਨਗਰੀ ਵਿੱਚ ਨਹੀਂ ਜਾਣਾ ਚਾਹੁੰਦੇ ਤੇ ਇੱਥੇ ਹੀ ਤੁਹਾਨੂੰ ਪਹੁੰਚਾ ਦਿੰਦੇ ਹਾਂ ਸਾਰਾ ਕੁਝ। ਕਰੋ ਸੋ ਬਿਦ ਜਸ ਆਇਸ ਪਾਵੂੰ। ਜੇ ਇਹੋ ਜੀ ਆਪ ਜੀ ਦੀ ਆਗਿਆ ਹੋਵੇ ਮੈਂ ਉਹੋ ਜੀ ਵਿਧੀ ਕਰ ਦਿੰਦਾ ਹਾਂ ਜੀ। ਸੁਨ ਭਵਾਲ ਕੀ ਐਸੀ ਬਾਣੀ। ਐਸੇ ਸਤਿਗੁਰਾਂ ਨੇ ਬਚਨ ਰਾਜੇ ਦੇ ਜਦੋਂ ਸਰਵਣ ਕੀਤੇ, ਬੋਲੇ ਬਚਨ ਗੁਰੂ ਗੁਣ ਖਾਨੀ। ਗੁਣਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਜੀ ਫਿਰ ਬਚਨ ਕੀਤੇ, ਕਹਿਣ ਲੱਗੇ। ਬਿਲਾਵਲ ਮਹੱਲਾ ਪਹਿਲਾ। ਰਾਗ ਬਿਲਾਵਲ ਵਿੱਚ ਪਹਿਲੇ ਪਾਤਸ਼ਾਹ ਨੇ ਸ਼ਬਦ ਉਚਾਰਿਆ ਜੋ ਕਿ ਜਨਮ ਸਾਖੀ ਦਾ ਹੈ, ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਹੈ। ਏਕ ਭੰਡਾਰਾ ਨਾਮ ਕਾ। ਹਜੂਰ ਕਹਿੰਦੇ ਨੇ ਰਾਜਨ, ਨਾਮ ਦਾ ਹੀ ਭੰਡਾਰਾ ਹੈ ਸਾਡੇ ਕੋਲ, ਜਿਨ ਸਭ ਕਿਛ ਦੀਆ। ਜਿਸ ਨੇ ਸਾਨੂੰ ਸਾਰਾ ਕੁਝ ਬਖਸ਼ਿਸ਼ ਕੀਤਾ ਹੋਇਆ ਹੈ। ਭੂਖ ਨੰਗ ਸਭ ਛੀਨ ਕੈ। ਤੋ ਸਾਡੀ ਭੁੱਖ ਵੀ, ਸਾਡੀ ਨੰਗੇਜ ਵੀ ਜਿਹੜਾ ਹੈ ਉਹ ਸਾਰਾ ਕੁਝ ਉਸਨੇ ਢੱਕਿਆ ਹੋਇਆ ਹੈ। ਆਪਣਾ ਕਰ ਲੀਆ। ਤੋ ਇਸ ਪ੍ਰਕਾਰ ਉਸ ਨੂੰ ਅਸੀਂ ਆਪਣਾ ਬਣਾ ਲਿਆ ਹੈ। ਨਾਮ ਦਾ ਹੀ ਭੰਡਾਰਾ ਹੈ ਸਾਡਾ ਜੋ ਹੈ। ਐਸਾ ਨਾਮ ਨਾ ਛੋਡੀਐ। ਇਸ ਵਾਸਤੇ ਰਾਜਨ ਐਸਾ ਨਾਮ ਜਿਹੜਾ ਨਾ ਸੋ ਉਸ ਨੂੰ ਛੱਡੀਏ ਨਾ, ਅਸੀਂ ਨਾ ਛੱਡਦੇ ਹਾਂ। ਸਦ ਸੰਗ ਹਮਾਰੇ। ਇਹ ਸਦਾ ਹੀ ਸਾਡੇ ਨਾਲ ਰਹਿਣ ਵਾਲਾ ਹੈ। ਲੇਖਾ ਕੋਈ ਨਾ ਪੁੱਛਈ। ਫੇਰ ਜਦੋਂ ਇਹ ਨਾਮ ਦਾ ਭੰਡਾਰਾ ਕੋਲ ਹੋਵੇ ਕੋਈ ਸਾਨੂੰ ਲੇਖਾ ਹਿਸਾਬ ਨਹੀਂ ਪੁੱਛ ਸਕਦਾ ਹੈ। ਮਨ ਮੀਤ ਪਿਆਰੇ। ਇਹ ਮੇਰੇ ਪਿਆਰੇ ਮਿੱਤਰ ਰਹਾਉ। ਵਿਸ਼ਰਾਮ ਦੇ ਕੇ ਹਜੂਰ ਪਾਤਸ਼ਾਹ ਕਹਿੰਦੇ ਹਨ, ਭੋਜਨ ਉਤਮ ਹਮ ਕੀਆ। ਹਜੂਰ ਕਹਿੰਦੇ ਨੇ ਅਸੀਂ ਤਾਂ ਬਹੁਤ ਉੱਤਮ ਸੋਹਣਾ ਭੋਜਨ ਕੀਤਾ ਹੋਇਆ ਹੈ। ਸੰਤਨ ਪ੍ਰਸਾਦ। ਜੋ ਸੰਤਾਂ ਦੀ ਪ੍ਰਸਾਦ ਖੁਸ਼ੀ ਲੈਂਦੇ, ਕਿਰਪਾ ਲੈਂਦੇ, ਇਹੋ ਹੀ ਭੋਜਨ ਹੈ। ਜਲ ਸੀਤਲ ਸਤ ਕਾ ਪੀਆ। ਤੋ ਸੱਚ ਦਾ ਹੀ ਕਹਿੰਦੇ ਠੰਡਾ ਜਲ ਛਕਿਆ ਹੈ ਅਸੀਂ। ਹਿਰਦੇ ਮਾਹੇ ਸ਼ਾਂਤ। ਤੇ ਇਸ ਵਾਸਤੇ ਸਾਡੇ ਹਿਰਦੇ ਵਿੱਚ ਸ਼ਾਂਤੀ ਹੈ। ਬਸਤਰ ਬ੍ਰਹਮ ਪਛਾਣਿਆ। ਤੇ ਬਸਤਰ ਜਿਹੜਾ ਨਾ ਉਹ ਅਸੀਂ ਬ੍ਰਹਮ ਨੂੰ ਪਛਾਣਿਆ, ਇਹੋ ਹੀ ਬਸਤਰ ਹੈ ਜੋ ਸਦਾ ਸਾਡੀ ਇੱਜ਼ਤ ਰੱਖਦਾ ਹੈ। ਕਾਇਆ ਕੇ ਸੰਗ। ਇਸ ਸਰੀਰ ਦੇ ਨਾਲ ਲੱਖ 84 ਏਕ ਹੈ। 84 ਲੱਖ ਜੋ ਜੂਨ ਹੈ ਸਾਰਿਆਂ ਵਿੱਚ ਇੱਕੋ ਇੱਕ ਜੋ ਹੈ। ਹੂਐ ਨਿਰਭੰਗ। ਤੋ ਇੱਕ ਰਸ ਬਿਨਾਂ ਭੰਗ ਤੋਂ, ਨਾਸ ਤੋਂ, ਜੋ ਵਾਹਿਗੁਰੂ ਸਾਰਿਆਂ ਵਿੱਚ ਵਿਆਪਕ ਹੈ। ਨਾਨਕ ਕਹੇ ਰਾਜਿੰਦਰ ਸੁਣ। ਸਤਿਗੁਰੂ ਨਾਨਕ ਸਾਹਿਬ ਕਹਿੰਦੇ ਹੈ ਰਾਜਾ ਸਰਵਣ ਕਰ। ਸੁਣ ਸਭ ਝੂਠ ਪਸਾਰਾ। ਇਹ ਸਾਰਾ ਹੀ ਜਿਤਨਾ ਪਸਾਰਾ ਦੇਖ ਰਹੇ ਝੂਠਾ ਹੀ ਹੈ। ਦ੍ਰਿਸ਼ਟਮਾਨ ਸਭ ਬਿਨਸ ਜਾਏ। ਇਹ ਜੋ ਅੱਖਾਂ ਨਾਲ ਦਿਸਦਾ ਹੈ ਨਾ ਇਹ ਸਭ ਨਾਸ ਹੋ ਜਾਣਾ। ਬੰਦੇ ਚਸ਼ਮ ਦੀ ਦੰਗ ਫਨਾਏ। ਜੋ ਅੱਖਾਂ ਨਾਲ ਦਿਸਦਾ ਨਾ ਇਹ ਸੰਸਾਰ ਸਭ ਨਾਸਵੰਤ ਹੈ। ਰਹਿ ਏਕ ਓੰਕਾਰ। ਸਦਾ ਵਾਸਤੇ ਇੱਕ ਓੰਕਾਰ ਜਿਹੜਾ ਹੈ ਵਾਹਿਗੁਰੂ ਸਦਾ ਹੀ ਰਹਿਣ ਵਾਲਾ ਹੈ। ਦੋਹਰਾ ਸੁਨੇ ਬੈਨ ਮਨ ਦੀਨ ਹੋਵੇ। ਬੜਾ ਅਧੀਨ ਹੋ ਕਰਕੇ ਬਚਨ ਸਰਵਣ ਕੀਤੇ ਹਨ। ਬੰਦੇ ਦੋਨੋਂ ਪਾਨ। ਤੇ ਦੋਨੋਂ ਹੱਥ ਜੋੜੇ ਹਨ। ਕਹੇ ਕਰੋ ਉਪਦੇਸ਼ ਮੁਝ। ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਮੈਨੂੰ ਆਪਣਾ ਉਪਦੇਸ਼ ਬਖਸ਼ਿਸ਼ ਕਰੋ ਜੀ। ਅਧਿਕਾਰੀ ਸੁਭ ਜਾਨ। ਮੈਨੂੰ ਆਪਣਾ ਅਧਿਕਾਰੀ ਜਾਣ ਕਰਕੇ, ਜਗਿਆਸੂ ਜਾਣ ਕੇ ਮੈਨੂੰ ਸਿੱਖਿਆ ਦਿਓ, ਗੁਰਸਿੱਖ ਬਣਾਓ ਜੀ। ਚਉਪਈ ਬਾਰ ਬਾਰ ਬੰਦਤ ਪਦ ਗੁਰ ਕੋ। ਮੁੜ ਮੁੜ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰਾਂ ਕਰਦਾ ਹੈ। ਬਿਨੈ ਭਨਤ ਬਹੁ ਹਿਤ ਕਰ ਉਰ ਕੋ। ਬਹੁਤ ਹਿਰਦੇ ਦਾ ਪਿਆਰ ਕਰਕੇ ਗੁਰੂ ਸਾਹਿਬ ਨੂੰ ਬੇਨਤੀਆਂ ਕਰਦਾ ਹੈ। ਕਮਲ ਬਦਨ ਲਖ ਕਰ ਜਗਿਆਸੀ। ਧੰਨ ਮੇਰੇ ਸਤਿਗੁਰੂ ਕਮਲ ਸਰੀਖੇ ਨੇਤਰਾਂ ਵਾਲੇ ਨੇ ਤੱਕਿਆ ਵੀ ਇਹ ਜਗਿਆਸੂ ਬਣ ਗਿਆ, ਅਧਿਕਾਰੀ ਹੈ, ਸ਼ਰਧਾ ਰੱਖਦਾ ਹੈ। ਉਪਦੇਸ਼ਨ ਹਿਤ ਗਿਰਾ ਪ੍ਰਕਾਸ਼ੀ। ਮੇਰੇ ਸਤਿਗੁਰੂ ਨੇ ਉਪਦੇਸ਼ ਦੇਣ ਵਾਸਤੇ ਬਚਨ ਕੀਤਾ ਹੈ। ਜਗਤ ਲਖੋ ਮਿਥਿਆ ਅਹਟਾ ਦਾਮੂ। ਤੋ ਕਹਿੰਦੇ ਨੇ ਇਹ ਸੰਸਾਰ ਜਿਹੜਾ ਇਹਨੂੰ ਮਿਥਿਆ ਸਮਝੋ। ਮਿਥਿਆ ਤਾਂ ਭਾਵ ਕੀ ਹੈ? ਮਿਥਿਆ ਕਹਿੰਦੇ ਜਿਸ ਤਰ੍ਹਾਂ ਹਨੇਰਾ ਹੋਵੇ, ਹਨੇਰੇ ਵਿੱਚ ਦਾਮ ਰੱਸੀ ਪਈ ਹੋਈ ਹੈ ਰਾਹ ਦੇ ਵਿੱਚ। ਹੁਣ ਹਨੇਰਾ ਹੋਣੇ ਕਰਕੇ ਤੇ ਬੰਦੇ ਨੂੰ ਸ਼ੱਕ ਪੈਂਦਾ ਹੈ। ਬੰਦਾ ਸੋਚਦਾ ਹੈ ਵੀ ਉਹ ਕੀ, ਮੁੜ ਕੇ ਦੇਖਦਾ ਕਹਿਣ ਲੱਗਾ ਇਹ ਤੇ ਸੱਪ ਹੈ ਤੇ ਡਰ ਜਾਂਦਾ ਹੈ। ਕਹਿੰਦੇ ਜਿਸ ਤਰ੍ਹਾਂ ਹਨੇਰੇ ਦੇ ਵਿੱਚ ਪਈ ਹੋਈ ਰੱਸੀ ਜਿਹੜੀ ਹੈ ਤੇ ਉਹਦੇ ਵਿੱਚ ਕਲਪਨਾ ਹੋ ਜਾਂਦੀ ਸੱਪ ਦੀ, ਪਰ ਜਿਸ ਵੇਲੇ ਉਸ ਲਾਗੇ ਚਾਨਣ ਕਰਕੇ ਦੇਖੀਏ ਤਾਂ ਰੱਸੀ ਹੁੰਦੀ ਹੈ ਤੇ ਉਹ ਡਰ ਦੂਰ ਹੋ ਜਾਂਦਾ ਹੈ। ਜਿਸ ਤਰ੍ਹਾਂ ਰੱਸੀ ਦੇ ਵਿੱਚ ਹਨੇਰੇ ਦੀ ਉਪਾਧੀ ਕਰਕੇ ਸੋ ਸੱਪ ਦੀ ਕਲਪਨਾ ਹੁੰਦੀ ਹੈ, ਇਸੇ ਤਰ੍ਹਾਂ ਹੀ ਇਹ ਜਿਹੜਾ ਸੰਸਾਰ ਹੈ ਨਾ, ਰੱਸੀ ਦੀ ਨਿਆਈ ਤੇ ਬ੍ਰਹਮ ਪਰਮੇਸ਼ਵਰ ਸਾਰਿਆਂ ਵਿੱਚ ਵਿਆਪਕ ਹੈ। ਤੇ ਇਹ ਜਿਹੜਾ ਸੱਪ ਦੀ ਨਿਆਈ ਸੰਸਾਰ ਸਾਨੂੰ ਦਿਸ ਰਿਹਾ ਹੈ, ਜਦੋਂ ਗਿਆਨ ਦਾ ਚਾਨਣ ਹੋ ਜਾਏ ਕੁਛ ਵੀ ਨਹੀਂ ਰਹਿੰਦਾ। ਫਿਰ ਉਹਦੇ ਵਾਸਤੇ ਜਿਹਨੂੰ ਗਿਆਨ ਹੋ ਜਾਂਦਾ ਹੈ, ਉਹਦੇ ਵਾਸਤੇ ਸਭਨਾਂ ਵਿੱਚ ਪਰਮੇਸ਼ਰ ਦੀ ਜੋਤ ਪ੍ਰਕਾਸ਼ ਹੋ ਜਾਂਦੀ ਹੈ। ਉਹ ਵਾਹਿਗੁਰੂ ਦੀ ਜੋਤ ਨੂੰ ਤੱਕਦਾ ਹੈ। ਤਾਂ ਮਹਾਰਾਜ ਕਹਿੰਦੇ ਇਉਂ ਜਾਣ
ਇਹ ਸੰਸਾਰ ਜਿਹੜਾ ਮਿਥਿਆ ਨਾਸਵੰਤ ਹੈ। ਸਿਮਰਨ ਕਰੋ ਸਦਾ ਸਤਨਾਮੂ। ਇਸ ਵਾਸਤੇ ਪਰਮੇਸ਼ਵਰ ਦਾ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਸਿਮਰਨ ਸਦਾ ਕਰਿਆ ਕਰੋ। ਕਰਮ ਧਰਮ ਤਪ ਨੇਮ ਅਨੇਕਾ। ਜੋ ਇਸ ਪ੍ਰਕਾਰ ਧਰਮ ਦੇ ਅਨੇਕ ਪ੍ਰਕਾਰ ਦੇ ਕਰਮ ਹਨ ਜੋ ਸਰਬ ਅਫਲ ਜੇ ਨਾਮ ਨ ਏਕਾ। ਬਾਕੀ ਜਿੰਨੇ ਕੋਈ ਤੀਰਥ ਕਰੋ, ਪੁੰਨ ਦਾਨ ਕਰੋ, ਜਿਤਨੇ ਧਰਮ ਦੇ ਅਧਿਆਤਮ ਕਰਮ ਕਰੋ, ਮਹਾਰਾਜ ਕਹਿੰਦੇ ਨੇ ਭਾਈ ਉਹ ਸਾਰੇ ਉਦੋਂ ਤੱਕ ਨਿਸਫਲ ਹਨ ਨਾਮ ਨ ਏਕਾ। ਜਦੋਂ ਤੱਕ ਇੱਕ ਨਾਮ ਦਾ ਇੱਕ ਨਹੀਂ ਲਿਖਿਆ। ਬਾਕੀ ਸਭ ਸਿਫਰਾਂ ਨੇ, ਇੱਕ ਨਾਮ ਹੀ ਇੱਕ ਓਂਕਾਰ ਦਾ ਇੱਕ ਹੈ। ਇਸ ਵਾਸਤੇ ਬਾਕੀ ਧਰਮ ਦੇ ਕੰਮ ਸਾਰੇ ਹੀ ਸਿਫਰ ਰਹਿ ਜਾਂਦੇ ਹਨ ਨਾਮ ਤੋਂ ਬਿਨਾ। ਜਾਂ ਪਰ ਸੁਨ ਦ੍ਰਿਸ਼ਟਾਂਤ ਮਹਾਨਾ। ਦੇਖ ਇਹਦੇ ਤੇ ਤੈਨੂੰ ਅਸੀਂ ਪ੍ਰਮਾਣ ਦੇ ਕੇ ਸਮਝਾਉਂਦੇ ਹਾਂ। ਅਫਲ ਨਾਮ ਬਿਨ ਜਿਉ ਸਭ ਜਾਨਾ। ਜਿਸ ਤਰ੍ਹਾਂ ਨਾਮ ਤੋਂ ਬਿਨਾ ਸਾਰੇ ਅਫਲ ਜਾਂਦੇ ਨੇ, ਨਿਸਫਲ ਜਾਂਦੇ ਹਨ। ਕਾਗਦ ਪਰ ਨਹਿ ਲਿਖਿਓ ਏਕਾਗਾ। ਦੇਖੋ ਜਦੋਂ ਤੱਕ ਕਿਸੇ ਕਾਗਜ਼ ਦੇ ਉੱਤੇ ਏਕਾ ਨਹੀਂ ਲਿਖਦਾ ਕੋਈ, ਸੂਨ ਲਿਖਨ ਪਰ ਮਨ ਅਨਰਾਗਾ। ਉਹ ਸਿਫਰਾਂ ਹੀ ਪਾਈ ਜਾਵੇ। ਜਿੱਦਾਂ ਬੱਚਿਆਂ ਨੂੰ ਪੜ੍ਹਾਈ ਦਾ ਬੱਚੇ ਸਿਫਰਾਂ ਹੀ ਪਾਈ ਜਾਣ, ਏਕਾ ਲਿਖਣ ਨਾ, ਤਾਂ ਉਹਦਾ ਕੀ ਅਰਥ ਹੋਵੇਗਾ? ਤਿਨ ਤੇ ਸਰਿਓ ਨਾ ਏਕੋ ਕਾਜਾ। ਉਹ ਹੁਣ ਸਿਫਰਾਂ ਲਿਖਣ ਦੇ ਨਾਲ ਕੋਈ ਕੰਮ ਨਹੀਂ ਸਰਦਾ, ਤੋ ਕੁਛ ਨਹੀਂ ਉਹਦੀ ਕੀਮਤ ਬਣਦੀ ਹੈ। ਭਾ ਬਿਰਥਾ ਸਭ ਲਿਖਨ ਸਮਾਜਾ। ਜਿੰਨਾ ਮਰਜੀ ਭਾਵੇਂ ਜਿੰਨਾ ਮਰਜੀ ਕਾਗਜ਼ ਭਰਨ ਦਿਓ, ਜੀਰੋ ਲਿਖ ਲਿਖ ਕੇ ਕੋਈ ਵੀ ਉਹਦਾ ਅਰਥ ਨਹੀਂ ਰਹਿ ਜਾਂਦਾ ਹੈ। ਪੂਰਬ ਲਿਖਿਓ ਏਕਾਗ ਬਿਨਾਈ। ਤੇ ਜਦੋਂ ਕਿਸੇ ਨੇ ਬਣਾ ਕਰਕੇ ਪ੍ਰੇਮ ਨਾਲ ਪਹਿਲਾਂ ਇੱਕ ਲਿਖ ਦਿੱਤਾ ਹੋਵੇ, ਲਿਖੀ ਸੂਨ ਤਬ ਅਫਲ ਨਾ ਜਾਈ। ਤੇ ਜਦੋਂ ਉਹਦੇ ਅੱਗੇ ਪਾਸੇ ਬਿੰਦੀ ਲਾਵੇ, ਜੀਰੋ ਲਾ ਦੇਵੇ, ਫਿਰ ਉਹ ਨਿਸਫਲ ਨਹੀਂ ਜਾਂਦੀ ਹੈ। ਇਸ ਤਰ੍ਹਾਂ ਦੇ ਨਾਲ ਜੋ ਇਕਾਂਗ ਪਰ ਲਿਖ ਹੈ ਸੂਨਾ। ਤੇ ਜਿੰਨੀਆਂ ਵੀ ਇਸ ਪ੍ਰਕਾਰ ਸੂਨ ਸਿਫਰਾਂ ਜਿਹੜੀਆਂ ਨੇ ਇਹ ਕਿਹਦੇ ਨਾਲ ਲਿਖੂਗਾ? ਸੂਨ ਸੂਨ ਤੇ ਹੋਵੇ 10 ਗੁਣਾ। ਜਿੰਨੇ ਜੀਰੋ ਲਿਖੀ ਜਾਓ, ਸਿਫਰਾਂ ਲਿਖੀ ਜਾਓ, 10 ਗੁਣਾ ਵਧੀ ਜਾਊ ਕੀਮਤ। ਪਰ ਇੱਕ ਜੇ ਹੋਏਗਾ ਤਾਂ ਹੀ ਕੀਮਤ ਬਣਨੀ, ਸਿਫਰ ਦੀ ਕੋਈ ਕੀਮਤ ਨਹੀਂ। ਤਿਉ ਜੇ ਨਾਮ ਸੰਗ ਤਪ ਤਪ ਹੈ। ਜਿਹੜੇ ਸਿਮਰਨ ਕਰਦੇ ਨੇ ਤੇ ਤਪੱਸਿਆ ਸਾਧਦੇ ਹਨ ਨਾਮ ਦੇ ਸਿਮਰਨ ਵਾਸਤੇ। ਪੂਜਾ ਬ੍ਰਤ ਨੇਮ ਜਪ ਜਪ ਹੈ। ਜੋ ਪੂਜਾ ਵਰਤ ਨੇਮ ਜਾਪ ਜੋ ਵੀ ਕਰਦੇ ਨੇ, ਨਾਮ ਦੇ ਸਿਮਰਨ ਦੇ ਸਹਿਤ ਕਰਦੇ ਹਨ ਜੋ, ਸੇ 10 ਗੁਣਾ ਅਧਿਕ ਫਲ ਪਾਵ ਹੈ। ਉਹਨਾਂ ਨੂੰ 10 ਗੁਣਾ ਜ਼ਿਆਦਾ ਫਲ ਮਿਲਦਾ ਹੈ। ਮੋਹਿ ਮੁਕਤ ਜਮ ਸੰਗ ਨਾ ਜਾਵ ਹੈ। ਉਹ ਮੁਕਤ ਹੋ ਜਾਂਦੇ, ਜਮਾਂ ਦੇ ਨਾਲ ਨਹੀਂ ਫਿਰ ਜਾਣਗੇ ਜੀ। ਇਹ ਸ਼੍ਰੋਮਣ ਸਭ ਕੋ ਨਾਮੂ। ਇਸ ਵਾਸਤੇ ਹੇ ਰਾਜਨ, ਸਭ ਤੋਂ ਸ਼੍ਰੋਮਣੀ ਜਿਹੜਾ ਨਾ ਉਹ ਪਰਮੇਸ਼ਵਰ ਦਾ ਨਾਮ ਹੈ। ਮਦਰ ਬੈਨ ਜੀਓ ਸਮਰ ਸਿਮਰੋ ਸਦਾ ਆਨ ਤਜ ਕਾਮੂ। ਬਾਕੀ ਸਾਰੇ ਕੰਮ ਛੱਡ ਕਰਕੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਿਆ ਕਰੋ। ਮਦਰ ਬੈਨ ਸੁਣੀਏ ਮਨ ਐਸਾ। ਏ ਰਾਜਾ ਮਦਰ ਬੈਨ, ਸੁਣੋ ਇਹ ਉਪਦੇਸ਼। ਹੋਤ ਪਸ਼ੂ ਹਰਿਆਓ ਜੈਸਾ। ਕਹਿੰਦੇ ਦੇਖੋ, ਜਿਸ ਤਰ੍ਹਾਂ ਪਸ਼ੂ ਨੇ, ਕਈ ਪਸ਼ੂਆਂ ਦਾ ਸੁਭਾਅ ਉਹਨਾਂ ਕਹਿੰਦੇ ਹਰਿਆ ਪਸ਼ੂ ਹੈ। ਸੋ ਇਸ ਪ੍ਰਕਾਰ ਹਰਿਆ ਪਸ਼ੂ ਜਿੱਦਾਂ ਹੁੰਦਾ ਹੈ, ਨਿਜ ਸਥਾਨ ਕੋ ਤਜ ਤਜ ਜਾਈ। ਉਹਨੂੰ ਭਾਵੇਂ ਜਿੱਦਾਂ ਦਾ ਮਰਜੀ ਸੋਹਣਾ ਪੱਠੇ ਪਾਓ, ਪਰ ਕਹਿੰਦੇ ਆਪਣਾ ਥਾਂ ਛੱਡ ਕਰਕੇ ਜਿੱਧਰ ਹਰਿਆਲੀ ਦਿਸੋ ਉਧਰ ਨੂੰ ਭੱਜੂਗਾ। ਕ੍ਰਿਖੀ ਬਿਖੈ ਮਹਿ ਪਰ ਹੈ ਧਾਈ। ਇਸ ਪ੍ਰਕਾਰ ਵਿਸ਼ਿਆਂ ਰੂਪ ਖੇਤੀ ਨੂੰ ਭੱਜ ਭੱਜ ਕੇ ਜਾਵੇਗਾ ਆਪਣਾ ਘਰ ਛੱਡ ਕੇ। ਕਾਠ ਭਾਰ ਗੁਰ ਸ਼ਬਦ ਮਹਾਨਾ। ਇਸ ਵਾਸਤੇ ਤੇ ਫਿਰ ਕੀ ਕਰਦੇ ਨੇ ਜਿਹੜੇ ਪਸ਼ੂਆਂ ਨੂੰ ਪਾਲਣ ਵਾਲੇ, ਜਿਹੜਾ ਪਸ਼ੂ ਹਰਿਆ ਹੋਵੇ ਨਾ, ਉਹਦੇ ਗਲ ਵਿੱਚ ਇੱਕ ਲੱਕੜ ਦਾ ਡਾਹਾ ਪਾ ਦਿੰਦੇ ਨੇ। ਇੱਕ ਲੱਕੜ ਜਿਹੜੀ ਹੈ ਮੰਜੇ ਦਾ ਪਾਵਾ ਹੀ ਨਹੀਂ ਤੇ ਪਾ ਦਿੰਦੇ ਹੁੰਦੇ ਟੁੱਟੇ ਦਾ। ਇਸ ਪ੍ਰਕਾਰ ਉਹਨੂੰ ਕਹਿੰਦੇ ਗਲ 'ਚ ਡਾਹਾ ਪਾ ਦਿੱਤਾ। ਕਹਿੰਦੇ ਗੁਰੂ ਦੇ ਸ਼ਬਦ ਦਾ ਡਾਹਾ ਪਾਉਣਾ, ਇਹ ਮਨ ਰੂਪ ਹਰਿਆ ਪਸ਼ੂ ਦੇ ਗਲ ਵਿੱਚ। ਜਿਨ ਗਰ ਪਾਏ ਸੋ ਧਾਰਨ ਠਾਨਾ। ਤੇ ਜਿਹਨੇ ਗਲ 'ਚ ਪਾ ਲਿਆ, ਧਾਰਨ ਕਰ ਲਿਆ, ਜਿਸ ਪਸ਼ੂ ਦੇ ਗਲ ਵਿੱਚ ਪਾ ਦੀ, ਉਹ ਫਿਰ ਭੱਜ ਨਹੀਂ ਸਕਦਾ। ਜਿਵੇਂ ਭੱਜਦਾ ਗੋਡਿਆਂ 'ਚ ਵੱਜਦਾ ਤੇ ਫਿਰ ਉਹ ਦੌੜ ਨਹੀਂ ਸਕਦਾ। ਇਸ ਤਰ੍ਹਾਂ ਗੁਰੂ ਦਾ ਸ਼ਬਦ ਜਿਹੜਾ ਇਹ ਫਿਰ ਰੋਕਦਾ ਹੈ ਵਿਸ਼ਿਆਂ ਵਿਕਾਰਾਂ ਵੱਲੋਂ, ਮਾੜੇ ਕੰਮਾਂ ਵੱਲੋਂ। ਬਹੁਰ ਨਾ ਦੌੜਹਿ ਕਰ ਅਨੁਸਾਰੇ। ਫਿਰ ਕਹਿੰਦੇ ਨੇ ਇਹ ਦੌੜ ਨਹੀਂ ਸਕਦਾ, ਤੇ ਫਿਰ ਉਹ ਡਾਹਾ ਜਿਹੜਾ ਨਾ, ਸੋ ਗੁਰੂ ਦਾ ਸ਼ਬਦ ਹੈ, ਫਿਰ ਆਪਣੇ ਅਨੁਸਾਰ ਹੀ ਕਰ ਲੈਂਦਾ ਹੈ ਇਸ ਜੀਵ ਦੇ ਜੀਵਨ ਨੂੰ। ਸੇ ਹਰ ਦਰਗਹਿ ਜਾਹੇ ਸੁਖਾਰੇ। ਉਹ ਫਿਰ ਪਰਮੇਸ਼ਵਰ ਦੀ ਦਰਗਾਹ ਵਿੱਚ ਸੌਖੇ ਜਾਂਦੇ ਹਨ ਲੋਕ। ਅਸ
ਪ੍ਰਕਾਰ ਕੋ ਸੁਨ ਉਪਦੇਸਾ। ਜਦੋਂ ਐਸਾ ਉਪਦੇਸ਼ ਧੰਨ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਤਾਂ ਨਾਮ ਲੱਗੀ ਲਿਵ ਹਿਰਦੇ ਨਰੇਸਾ। ਧੰਨ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਈ ਇਸ ਰਾਜੇ ਦੀ ਨਾਮ ਵਿੱਚ ਲਿਵ ਜੁੜ ਗਈ, ਬਿਰਤੀ ਜੁੜ ਗਈ ਹੈ। ਭਾਉ ਭਗਤ ਹਿਰਦੇ ਮਹਿ ਜਾਗੀ। ਇਹਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਜਾਗ ਪਈ ਹੈ, ਪ੍ਰੇਮ ਜਾਗਿਆ ਭਗਤੀ ਕਰਨ ਵਾਸਤੇ। ਸਤ ਸੰਗਤ ਮਹਿ ਮਤ ਅਨੁਰਾਗੀ। ਤੇ ਗੁਰੂ ਦੀ ਸਤ ਸੰਗਤ ਵਿੱਚ ਇਸ ਦੀ ਮਤ ਜਿਹੜੀ ਸੀ, ਬੁੱਧੀ ਸੀ, ਪ੍ਰੇਮੀ ਬਣ ਗਈ ਹੈ। ਸ੍ਰੀ ਗੁਰ ਸੋ ਪੁੰਨ ਬਿਨੈ ਬਖਾਨੀ। ਧੰਨ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰਦਾ ਹੈ ਰਾਜਾ, ਨਗਰ ਬਿਖੇ ਆਨੇ ਗੁਣ ਖਾਨੀ। ਤੇ ਬੇਨਤੀ ਕਰਕੇ ਗੁਰੂ ਸਾਹਿਬ ਆਪਣੀ ਨਗਰੀ ਵਿੱਚ ਲਿਆਂਦਾ ਹੈ ਇਸਨੇ। ਜਹ ਅਨੇਕ ਥੇ ਸੁੰਦਰ ਮੰਦਰ। ਬੜੇ ਸੋਹਣੇ ਸੋਹਣੇ ਭਾਈ ਰਾਜਾ ਸੀ, ਬੜੇ ਸੁੰਦਰ ਮੰਦਰ ਬਣਾਏ ਹੋਏ ਸਨ। ਸੁਠ ਪਰ ਅੰਕ ਡਸਾਵਾ ਅੰਦਰ। ਤੇ ਉਸ ਸੋਹਣੇ ਮਕਾਨ ਦੇ ਅੰਦਰ ਸੋਹਣਾ ਪਲੰਘਾ ਜਿਹੜਾ ਸੀ ਉਹ ਇਸ ਪ੍ਰਕਾਰ ਟਿਕਾ ਦਿੱਤਾ ਇਸਨੇ। ਰੰਗ ਅਨੇਕ ਵਿਛਾਵਨ ਛਾਏ। ਬਹੁਤ ਸੋਹਣੇ ਸੋ ਬਸਤਰ ਵਿਛਾਈਆਂ, ਫਰਸ਼ ਬੜੇ ਸੁੰਦਰ ਵਿਛਾਏ ਹਨ। ਤਾਂ ਪਰ ਪੰਕਜ ਬਦਨ ਬਸਾਏ। ਤੋ ਕਮਲ ਸਰੀਖੇ ਮੁਖ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੁੰਦਰ ਪਲੰਘ ਜਿਹੜਾ ਹੈ ਉਹਨੂੰ ਸਜਾ ਕਰਕੇ ਮੇਰੇ ਸਤਿਗੁਰੂ ਨੂੰ ਬਿਠਾਇਆ ਉਸ ਦੇ ਉੱਪਰ। ਨਾਨਾ ਭਾਂਤ ਭਾਉ ਉਧਾਰ ਕੈ। ਤੋ ਇਸ ਪ੍ਰਕਾਰ ਅਨੇਕ ਪ੍ਰਕਾਰ ਦਾ ਭਾਵ ਪ੍ਰੇਮ ਪ੍ਰਗਟ ਕਰਕੇ ਘਰ ਨਿਜ ਰਾਖੇ ਸੁਖਦ ਵਿਚਾਰ ਕੈ। ਤੋ ਵਿਚਾਰਿਆ ਕਿ ਬਹੁਤ ਭਾਰੀ ਸੁੱਖ ਹੋਵੇਗਾ। ਗੁਰੂ ਸਾਹਿਬ ਨੂੰ ਟਿਕਾਇਆ ਆਪਣੇ ਇਸ ਮਹਿਲਾਂ ਦੇ ਵਿੱਚ। ਸਤ ਸੰਗਤ ਕੀ ਰੀਤ ਪ੍ਰਕਾਸੀ। ਤੇ ਸਤ ਸੰਗਤ ਦੀ ਮਰਜ਼ਾਦਾ ਕਾਇਮ ਕਰਤੀ। ਗੁਰੂ ਨਾਨਕ ਸਾਹਿਬ ਜਿੱਥੇ ਜਾਂਦੇ ਨੇ ਅੰਮ੍ਰਿਤ ਵੇਲੇ ਜਾਗਣਾ, ਨਾਮਦਾਨ, ਇਸ਼ਨਾਨ ਦ੍ਰਿੜ ਕਰਾਉਣਾ, ਸੋ ਸੰਗਤ ਕਰਨੀ ਦੋਨੋਂ ਟਾਈਮ। ਇਹ ਮਹਾਰਾਜ ਨੇ ਸਤ ਸੰਗ ਦਾ ਪ੍ਰਵਾਹ ਚਲਾ ਦਿੱਤਾ ਹੈ। ਦੁਰਮਤ ਨਰ ਔਰ ਕੀਨ ਬਿਨਾਸੀ। ਤੋ ਲੋਕਾਂ ਦੀ ਜੋ ਖੋਟੀ ਮਤ ਸੀ ਉਹ ਗੁਰੂ ਸਾਹਿਬ ਨੇ ਦੂਰ ਕੀਤੀ ਹੈ, ਪ੍ਰੇਰਣਾ ਕਰਕੇ, ਉਪਦੇਸ਼ ਦੇ ਕੇ। ਸਭ ਮਹਿ ਭਾਉ ਭਗਤ ਪ੍ਰਗਟਾਵਾ। ਸਭਨਾਂ ਦੇ ਵਿੱਚ ਪ੍ਰੇਮਾ ਭਗਤੀ ਦਾ ਪ੍ਰਗਟਾਵਾ ਕੀਤਾ ਮਹਾਰਾਜ ਨੇ। ਪ੍ਰੇਮ ਦੇ ਸਹਿਤ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ, ਵਾਹਿਗੁਰੂ ਦਾ ਜਸ ਕਰਨਾ ਸਿਖਾ ਦਿੱਤਾ। ਸਰਬ ਦੇਸ ਤਹ ਨਾਮ ਜਪਾਵਾ। ਸਾਰੇ ਇਲਾਕੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਜਪਾਇਆ ਹੈ। ਮਦਰ ਬੈਨ ਤਜ ਹਉਮੈ ਰੀਤਾ। ਤੋ ਇਹ ਮਦਰ ਬੈਨ ਰਾਜਾ ਜਿਹੜਾ ਸੀ, ਜਿਹੜੀ ਹੰਕਾਰ ਵਾਲੀ ਗੱਲ ਸੀ, ਇਸ ਨੇ ਤਿਆਗ ਦਿੱਤੀ ਗੁਰੂ ਉਪਦੇਸ਼ ਸੁਣ ਕੇ। ਸੇਵਹਿ ਸਤਿਗੁਰ ਚਰਨ ਸਪ੍ਰੀਤਾ। ਤੋ ਬੜੇ ਪ੍ਰੇਮ ਦੇ ਸਹਿਤ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਕਮਲਾਂ ਨਾਲ ਪ੍ਰੀਤ ਕਰਦਾ ਹੈ ਜੀ। ਜਗਤ ਕੋ ਬੰਧਨ ਸਗਰੇ ਨਾਸੇ। ਤੋ ਇਸ ਦੇ ਜਿਹੜੇ ਸੰਸਾਰ ਦੇ ਸਾਰੇ ਹੀ ਮਾੜੇ ਬੰਧਨ ਸਨ ਉਹ ਸਾਰੇ ਦੂਰ ਹੋ ਗਏ। ਹਿਰਦੇ ਆਤਮ ਗਿਆਨ ਪ੍ਰਕਾਸੇ। ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਇਸ ਦੇ ਹਿਰਦੇ ਦੇ ਅੰਦਰ ਆਤਮ ਗਿਆਨ ਪ੍ਰਕਾਸ਼ ਹੋ ਗਿਆ, ਆਤਮਾ ਦਾ ਗਿਆਨ ਹੋ ਗਿਆ ਹੈ। ਕਰਨਾ ਪਾਏ ਵਿਸਾਲ ਨਿਹਾਲਾ। ਇਸ ਪ੍ਰਕਾਰ ਸਤਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣ ਕੇ ਬਹੁਤ ਭਾਰੀ ਇਹ ਰਾਜਾ ਨਿਹਾਲ ਹੋਇਆ ਹੈ। ਬਨਵਾਈ ਪੁਰ ਮਹਿ ਧਰਮਸ਼ਾਲਾ। ਇਸ ਨੇ ਫਿਰ ਆਪਣੇ ਰਾਜਧਾਨੀ ਦੇ ਵਿੱਚ ਸੋਹਣਾ ਸੁੰਦਰ ਗੁਰਦੁਆਰਾ ਤਿਆਰ ਕਰ ਦਿੱਤਾ ਹੈ, ਧਰਮਸਾਲ। ਦੇਗ ਚਲਾਵਨ ਲੱਗਿਓ ਅਭੰਗਾ। ਤੇ ਇੱਕ ਰਸ ਫਿਰ ਗੁਰੂ ਦਾ ਲੰਗਰ ਚਲਾ ਦਿੱਤਾ। ਇਹ ਮੇਰੇ ਧੰਨ ਗੁਰੂ ਨਾਨਕ ਦੀ ਬਰਕਤ ਹੈ ਸਾਰੀ ਦੁਨੀਆ ਦੇ ਅੰਦਰ। ਜਿੱਥੇ ਜਿੱਥੇ ਮੇਰੇ ਗੁਰੂ ਨਾਨਕ ਪਾਤਸ਼ਾਹ ਦੇ ਅਸਥਾਨ ਨੇ ਉੱਥੇ ਉੱਥੇ ਲੰਗਰ ਇੱਕ ਰਸ ਮਹਾਰਾਜ ਨੇ ਚਲਾਏ ਹਨ। ਭੋਜਨ ਸੰਗਤ ਅਚਹਿ ਨਿਸੰਗਾ। ਤੋ ਭਾਈ ਨਿਸੰਗ ਹੋ ਕਰਕੇ ਸੰਗਤਾਂ ਭੋਜਨ ਛਕਦੀਆਂ ਹਨ। ਕੇਤਕ ਦਿਵਸ ਬਤੀਤੇ ਜਬ ਹੀ। ਜਦੋਂ ਕਿੰਨੇ ਕੁ ਦਿਨਾਂ ਦਾ ਸਮਾਂ ਗੁਜ਼ਰਿਆ ਹੈ ਤਾਂ ਸ੍ਰੀ ਨਾਨਕ ਨਿਰਪਸੋਂ ਕਹਿ ਤਬ ਹੀ। ਤਦੋਂ ਧੰਨ ਗੁਰੂ ਨਾਨਕ ਸਾਹਿਬ ਨੇ ਰਾਜੇ ਨੂੰ ਹੁਕਮ ਕੀਤਾ, ਸੁਦਰਸੈਨ ਕੀ ਆਨ ਮਨੀਜੈ। ਭਾਈ ਇੰਜ ਕਰ ਰਾਜਾ ਮਦਨ ਬੈਨ, ਤੂੰ ਹੁਣ ਰਾਜਾ ਜੋ ਸੁਦਰਸੈਨ ਹੈ ਉਸ ਨੂੰ ਅਸੀਂ ਵਰਦਾਨ ਦਿੱਤਾ, ਤੂੰ ਉਸ ਦੀ ਈਨ ਮੰਨ ਲੈ। ਜਾਏ ਸਦਨ ਤਹਿ ਭੇਟਾ ਦੀਜੈ। ਉਹਦੇ ਘਰ ਜਾ ਕਰਕੇ ਉਹਦੇ ਕੋਲ ਉਹਨੂੰ ਭੇਟਾ ਦੇ ਕਰਕੇ ਉਹਦੀ ਈਨ ਕਬੂਲ ਕਰ ਲੈ। ਸੁਨ ਕਰ ਮਦਰ ਬੈਨ ਕਹਿ ਐਸੇ। ਮਦਰ ਬੈਨ ਨੇ ਗੁਰੂ ਸਾਹਿਬ ਦਾ ਹੁਕਮ ਸੁਣਿਆ ਤੇ ਕਹਿਣ ਲੱਗਾ, ਜਿਉ ਉਚਰਹੁ ਕਰਹਿ ਹਮ ਤੈਸੇ। ਗਰੀਬਨਾ ਜਿਵੇਂ ਆਪ ਜੀ ਹੁਕਮ ਕਰੋ ਅਸੀਂ ਉਵੇਂ ਹੀ ਕਰਾਂਗੇ। ਭਾਵ ਸੀ ਇਹ ਛੋਟੇ ਛੋਟੇ ਰਾਜ ਸਨ ਤੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਏਕਤਾ ਬਖਸ਼ੀ ਹੈ ਵੀ ਇੱਕ ਨੂੰ ਮੁਖੀ ਮੰਨ ਕੇ ਸਾਰੇ ਉਹਦੇ ਨਾਲ ਮਿਲ ਕਰਕੇ ਤੁਸੀਂ ਤੇ ਇਸ ਪ੍ਰਕਾਰ ਇਕੱਠੇ ਹੋ ਕਰਕੇ ਰਾਜ ਭਾਗ ਦਾ ਆਨੰਦ ਮਾਣੋ। ਰਾਵਰ ਕੀ ਆਇਸ ਅਨੁਸਾਰ। ਤੇ ਇਸ ਪ੍ਰਕਾਰ ਕਹਿਣ ਲੱਗਾ, ਮਹਾਰਾਜ ਜਿਵੇਂ ਆਪ ਜੀ ਦੀ ਆਗਿਆ ਹੁਕਮ ਹੈ ਮੈਂ ਤਾਂ ਉਹਦੇ ਅਨੁਸਾਰ ਹਾਂ ਜੀ। ਚੱਲਹਿ ਸਭੇ ਕੋ ਕਰਹਿ ਵਿਚਾਰ। ਇਸ ਪ੍ਰਕਾਰ ਮਹਾਰਾਜ ਵਿਚਾਰ ਨੂੰ ਕਰਕੇ ਅਸੀਂ ਸਾਰੇ ਆਪ ਦੇ ਹੁਕਮ ਅਨੁਸਾਰ ਹੀ ਚੱਲਦੇ ਹਾਂ, ਚਲਾਂਗੇ। ਬਹੁਰੋ ਬੋਲੇ ਬੈਨ ਕਿਰਪਾਲਾ। ਫਿਰ ਸਤਿਗੁਰੂ ਕਿਰਪਾਲੂ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਹਨ,
ਹਮ ਗਮਨਹਿ ਅਬ ਸੁਨਹੁ ਪਵਾਲਾ। ਵੇਖ ਰਾਜਨ, ਹੁਣ ਭਾਈ ਅਸੀਂ ਅੱਗੇ ਚਲਾਂਗੇ, ਅਨਤ ਦੇਸ ਦੇਖਣ ਕੀ ਚਾਹੂ। ਕਿਉਂਕਿ ਸਾਡੇ ਚਿੱਤ ਵਿੱਚ ਇੱਛਾ ਵੀ ਜਿੱਦਾਂ ਤੇਰਾ ਦੇਸ਼ ਤੱਕਿਆ ਹੈ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕੀਤੀ, ਇਵੇਂ ਹੋਰ ਇਲਾਕਿਆਂ ਵਿੱਚ ਜਾ ਕੇ ਭਾਗ ਲਾਉਣੇ ਹਨ। ਸੁਨ ਰਾਖਨ ਹਿਤ ਕਹਿ ਨਰ ਨਾਹੂ। ਤੋ ਰਾਜਾ ਬਾਰ-ਬਾਰ ਬੇਨਤੀ ਕਰਦਾ ਕਿ ਨਹੀਂ ਮਹਾਰਾਜ ਸਾਡੇ ਕੋਲ ਹੀ ਟਿਕੋ, ਰੱਖਣ ਵਾਸਤੇ ਬੇਨਤੀਆਂ ਕਰਦਾ ਹੈ। ਸ੍ਰੀ ਪ੍ਰਭ ਜੀ ਮੁਝ ਕਿੰਕਰ ਜਾਨਹੁ। ਗਰੀਬ ਨਵਾਜ ਜੀ, ਮੈਨੂੰ ਹੁਣ ਆਪਣਾ ਸਿੱਖ ਬਣਾਇਆ, ਮੈਨੂੰ ਆਪਣਾ ਦਾਸ ਜਾਣੋ ਜੀ। ਭਗਤ ਵਛਲ ਨਿਜ ਬਿਰਦ ਪਛਾਨਹੁ। ਤੇ ਮਹਾਰਾਜ ਤੁਹਾਡਾ ਬਿਰਦ ਹੈ ਭਗਤਾਂ ਨੂੰ ਪਿਆਰ ਕਰਨਾ, ਸਤਿਕਾਰ ਦੇਣਾ। ਮੈਂ ਹੁਣ ਤੁਹਾਡਾ ਭਗਤ ਬਣ ਗਿਆ, ਸਿੱਖ ਬਣ ਗਿਆ, ਤੁਸੀਂ ਕਿਰਪਾ ਕਰਕੇ ਬੇਨਤੀ ਪ੍ਰਵਾਨ ਕਰੋ। ਦੇਹੋ ਦਰਸ ਕੇਤਕ ਦਿਨ ਔਹੀ। ਮਹਾਰਾਜ ਹੋਰ ਵੀ ਕਿੰਨੇ ਕੁ ਦਿਨ ਇੱਥੇ ਦਰਸ਼ਨ ਦਿਓ, ਭਾਗ ਲੱਗੇ ਹਨ, ਬਹੁਤ ਦੁਨੀਆ ਦਾ ਭਲਾ ਹੋ ਰਿਹਾ ਹੈ। ਕਰਹੁ ਨਿਹਾਲ ਬਸਹੁ ਇਹ ਠੌਰੀ। ਤੋ ਮਹਾਰਾਜ ਇਸ ਥਾਂ ਤੇ ਵਸ ਕੇ ਹੋਰ ਦੁਨੀਆ ਨੂੰ ਨਿਹਾਲ ਕਰੋ, ਦੁੱਖਾਂ ਤਕਲੀਫਾਂ ਨੂੰ ਦੂਰ ਕਰਕੇ ਸਿੱਖੀ ਬਖਸ਼ੋ। ਨਿਰਪ ਕੇ ਕਹੇ ਰਹੇ ਕਛ ਕਾਲਾ। ਫਿਰ ਗੁਰੂ ਪਾਤਸ਼ਾਹ ਨੇ ਬੇਨਤੀ ਪ੍ਰਵਾਨ ਕਰਕੇ ਕੁਝ ਸਮਾਂ ਹੋਰ ਟਿਕ ਗਏ ਹਨ। ਆਗੇ ਗਮਨੇ ਬਹੁਰ ਕਿਰਪਾਲਾ। ਫਿਰ ਮੇਰੇ ਸਤਿਗੁਰੂ ਸ਼ਹਿਨਸ਼ਾਹ ਪਿਤਾ ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਜੀ ਇਸ ਦੇ ਕੋਲੋਂ ਫਿਰ ਅੱਗੇ ਚੱਲੇ ਹਨ। ਗਏ ਉਲੰਘ ਸਰਬ ਸੋ ਦੇਸਾ। ਸਾਰਾ ਹੀ ਉਸ ਦਾ ਦੇਸ਼ ਲੰਘ ਕੇ ਸਤਿਗੁਰੂ ਜੀ ਅੱਗੇ ਚਲੇ ਗਏ। ਸਾਗਰ ਪਰ ਗਮਨੇ ਜਗਤੇਸਾ। ਇਹ ਸਮੁੰਦਰ ਦੇ ਇਲਾਕੇ ਹੀ ਲਿਖੇ ਨੇ, ਤੋ ਕਹਿੰਦੇ ਸਮੁੰਦਰ ਤੇ ਮੇਰੇ ਸਤਿਗੁਰੂ ਚੱਲੇ, ਫਿਰ ਅੱਗੇ ਚੱਲ ਗਏ ਹਨ। ਮੈਂ ਪਾਛੇ ਬਹੁਰੋ ਮਰਦਾਨਾ। ਕਹਿੰਦੇ ਸਤਿਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਪਿੱਛੇ, ਤੋ ਕਹਿੰਦੇ ਮੈਂ ਤੇ ਮਗਰੇ ਮਗਰ ਮਰਦਾਨਾ, ਅਸੀਂ ਦੋਨੋਂ ਗੁਰੂ ਸਾਹਿਬ ਦੇ ਚਰਨਾਂ ਦੇ ਪਿੱਛੇ ਪਿੱਛੇ ਚੱਲਦੇ ਸਾਂ। ਹਾਸ ਬਿਲਾਸ ਕਰਤ ਬਿਦ ਨਾਨਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਬੜਾ ਖੁਸ਼ ਰੱਖਦੇ, ਹਾਸ ਬਿਲਾਸ ਕਰਦੇ, ਖੁਸ਼ ਕਰਦੇ ਜਾਂਦੇ ਹਨ। 3 ਦਿਵਸ ਏਵ ਚਲਤ ਬਿਤਾਏ। ਇਹੋ ਮੇਰੇ ਸਤਿਗੁਰੂ ਜੀ ਦੀ ਮੌਜ ਆ, 3 ਦਿਨ ਲਗਾਤਾਰ ਤੁਰੇ ਹੀ ਗਏ ਮੇਰੇ ਸਤਿਗੁਰੂ ਜੀ। ਪਹੁੰਚਿਤ ਭਏ ਤਬਹਿ ਇਕ ਥਾਈ। ਇੱਕ ਜਗ੍ਹਾ ਤੇ ਮੇਰੇ ਸਤਿਗੁਰੂ ਪਾਤਸ਼ਾਹ ਅੱਗੇ ਜਾ ਕੇ ਪਹੁੰਚੇ ਹਨ। ਦੋਹਰਾ ਟਾਪੂ ਹੁਤੋ ਵਿਸਾਲ ਸੋ। ਬੜਾ ਭਾਰੀ ਟਾਪੂ ਸੀ, ਉਹ ਵੀ ਇੱਕ ਜਜ਼ੀਰਾ ਸੀ। ਬਹੁ ਪਰਬਤ ਜਿਹ ਮਾਹੇ। ਬੜੇ ਪਹਾੜ ਸਨ ਉੱਥੇ ਲਾਗੇ ਲਾਗੇ। ਨਗਰ ਦੇਵ ਗੰਧਾਰ। ਤੋ ਜਿਹਨੂੰ ਦੇਵ ਗੰਧਾਰ ਨਗਰ ਕਿਹਾ ਜਾਂਦਾ ਹੈ। ਵੱਡ ਰਾਖਸ਼ ਬਸੈ ਤਾਹਾਂ ਹੈ। ਤੇ ਉੱਥੇ ਕਹਿੰਦੇ ਬੜੇ ਬੜੇ ਰਾਖਸ਼ੀ ਬਸਦੇ ਸਨ, ਜੰਗਲ ਸੀ, ਪਹਾੜ ਸੀ, ਰਾਖਸ਼ ਰਹਿੰਦੇ ਸਨ ਉੱਥੇ। ਚੌਪਈ ਇੱਕ ਗਿਰ ਨਿਕਟ ਥਾਨ ਰਣਮੀਕਾ। ਇੱਕ ਪਹਾੜ ਦੇ ਨੇੜੇ ਸੋਹਣਾ ਥਾਂ ਗੁਰੂ ਸਾਹਿਬ ਨੇ ਲੱਗਾ ਹੈ, ਦੇਖ ਕੇ ਬੈਠੇ ਤਹਾਂ ਬੇਦੀ ਕੁਲ ਟੀਕਾ। ਬੇਦੀ ਕੁਲ ਦੇ ਟਿੱਕਾ ਰੂਪ ਸ਼੍ਰੋਮਣੀ ਗੁਰੂ ਨਾਨਕ ਸਾਹਿਬ ਜੀ ਜਾ ਕਰਕੇ ਇਉਂ ਬੈਠ ਗਏ। ਦੋਏ ਮੁਹੂਰਤ ਬੀਤੇ ਜਬ ਹੀ। ਜਦੋਂ 2 ਮੁਹੂਰਤ, ਸੋ 1 ਮੁਹੂਰਤ 2 ਘੜੀਆਂ ਦਾ ਮਹਾਂਪੁਰਖ ਦੱਸਿਆ ਕਰਦੇ, 4 ਘੜੀਆਂ ਦਾ ਸਮਾਂ ਗੁਜ਼ਰਿਆ ਹੈ। ਬੋਲਿਓ ਮਰਦਾਨਾ ਬਚ ਤਬ ਹੀ। ਤਦੋਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਹੈ। ਪਰਬਤ ਬਹੁ ਇਸ ਟਾਪੂ ਮਾਹੀ। ਮਹਾਰਾਜ ਇਸ ਜਗ੍ਹਾ ਤੇ ਪਹਾੜ ਬੜੇ ਨੇ ਮਹਾਰਾਜ। ਬਸਹਿ ਨਗਰ ਕੈਦੋਂ ਹਿਆ ਨਾਹੀ। ਇੱਥੇ ਕੋਈ ਮਹਾਰਾਜ ਕੋਈ ਸ਼ਹਿਰ ਵੀ ਵਸਦਾ ਕਿ ਨਹੀਂ, ਪਹਾੜ ਹੀ ਪਹਾੜ ਆ ਜਿੱਧਰ ਦੇਖੋ। ਇਹ ਸਥਾਨ ਭਿਆਨਕ ਦੇਖਾ। ਤੇ ਮਹਾਰਾਜ ਇਉਂ ਲੱਗਦਾ ਬੜਾ ਡਰਾਉਣਾ ਜਿਹਾ ਥਾਂ ਇਹ। ਜਹ ਕਹਿ ਉਹਾਂ ਉਜਾਰ ਬਸੇਖਾ। ਜਿੱਧਰ ਕਿਧਰ ਉਜਾੜ ਹੀ ਉਜਾੜ ਹੈ, ਜੰਗਲ ਹੀ ਜੰਗਲ ਹੈ ਮਹਾਰਾਜ। ਸਿਰ ਗੁਰ ਭਨੇ ਜੀਓ ਜੋ ਤੇਰਾ। ਮਹਾਰਾਜ ਕਹਿਣ ਲੱਗੇ ਮਰਦਾਨਾ, ਜੋ ਤੇਰਾ ਮਨ ਹੈ, ਜੋ ਤੇਰਾ ਚਿੱਤ ਚਾਹੁੰਦਾ ਹੈ ਨਾ। ਨਗਰ ਬਿਖੈ ਨਿਤ ਕਰਤ ਬਸੇਰਾ। ਕਿਉਂਕਿ ਤੂੰ ਚਾਹੁੰਦਾ ਹੈ ਕੋਈ ਸ਼ਹਿਰ ਦੇ ਵਿੱਚ ਹੀ ਵਾਸਾ ਹੋਵੇ। ਪੁਰ ਕੋ ਬੂਝੋ ਹੈ ਜਾਵਹਿ ਜਹਾਂ ਵਾਹ। ਜਿੱਥੇ ਵੀ ਜਹਵਾ, ਜਿੱਥੇ ਵੀ ਜਾਂਦੇ ਆ ਤੂੰ ਸ਼ਹਿਰ ਹੀ ਪੁੱਛਦਾ ਹੈ ਨਾ ਸਾਨੂੰ। ਤੂਸਨ ਕਰਨ ਹੈ ਬੈਸੇ ਕਹਿਵਾਂ। ਤੇ ਤੂੰ ਚੁੱਪ ਕਰਕੇ ਕਦੇ ਵੀ ਕਿਤੇ ਨਹੀਂ ਬਹਿੰਦਾ, ਮੇਰੇ ਸਤਿਗੁਰੂ ਨੇ ਬਚਨ ਕੀਤਾ ਹੈ। ਸ੍ਰੀ ਪ੍ਰਭ ਮੁਝ ਕੋ ਸੁਦਾ ਵਿਸਾਲਾ। ਕਹਿਣ ਲੱਗਾ ਮਹਾਰਾਜ ਭਾਈ ਮੈਨੂੰ ਤਾਂ ਹੁਣ ਬਹੁਤ ਭੁੱਖ ਲੱਗਦੀ ਹੈ। ਬਿਨ ਆਹਾਰ ਤੇ ਭਇਓ ਬਿਹਾਲਾ। ਤੇ ਮਹਾਰਾਜ ਭੋਜਨ ਮਿਲਦਾ ਨਹੀਂ, ਮੈਂ ਬੇਹਾਲ ਹੋਣ ਆਈ ਆ, ਭੁੱਖ ਲੱਗਦੀ ਆ, ਮੈਂ ਫਿਰ ਕੀ ਕਰਾਂ। 3 ਦਿਵਸ ਬਿਨ ਅਸਨ ਬਿਤਾਏ। ਮਹਾਰਾਜ ਜਿਉਂ ਕਿਰਪਾ ਕੀਤੀ ਆ, ਉਥੇ ਰਾਜੇ ਦੇ ਕੋਲ ਤੇ ਵਧੀਆ ਤੋਂ ਵਧੀਆ ਭੋਜਨ ਮਿਲਦੇ ਸੀ, ਹੁਣ 3 ਦਿਨ ਭੁੱਖਾ ਹੀ ਰੱਖਿਆ ਲਗਾਤਾਰ। ਤੇ ਮਹਾਰਾਜ ਮੈਂ ਹੁਣ ਕੀ ਕਰਾਂ। ਅਬ ਬੂਝੇ ਮੈਂ ਇਹ ਠਾਂ ਆਏ। ਤੇ ਹੁਣ ਦੇਖ ਲਓ ਤੁਸੀਂ ਤੇ ਬੈਠੇ ਤਾਂ ਹੀ ਪੁੱਛਿਆ ਮਹਾਰਾਜ,
ਰਾਹ ਦੇ ਵਿੱਚ ਮੈਂ ਪੁੱਛਿਆ ਹੀ ਨਹੀਂ ਤੁਹਾਨੂੰ। ਸਾਹਿਬ ਕੋ ਭੈ ਕਰੀਏ ਉਰ ਮੈਂ। ਕਹਿੰਦਾ ਇਹ ਮੇਰੇ ਸਤਿਗੁਰੂ ਜੀ ਮਾਲਕ ਦਾ ਕੋਈ ਭੈ ਰੱਖੋ, ਮੇਰੇ ਗਰੀਬ ਦਾ ਧਿਆਨ ਕਰੋ। ਕਹਿਤ ਮੁਝੇ ਤਬ ਮਨ ਬਸ ਪੁਰ ਮੈਂ। ਤੇ ਮਹਾਰਾਜ ਜੀ ਮੈਨੂੰ ਕਹਿੰਦੇ ਵੀ ਤੇਰਾ ਮਨ ਕਹਿੰਦੇ ਪੁਰੀਆਂ 'ਚ ਵਸਦਾ ਹੈ। ਕਹੂੰ ਕਹੂੰ ਹੋ ਪਾਏ ਆਹਾਰਾ। ਆਹ ਦੇਖ ਲਓ ਪਾਸ਼ਾ ਤੁਹਾਡੀ ਕਿਰਪਾ ਨਾਲ ਕਦੇ ਕਦੇ ਭੋਜਨ ਮਿਲਦਾ ਨਹੀਂ ਤੇ ਭੁੱਖਾ ਹੀ ਰਹਿਣਾ ਮੈਂ ਤਾਂ। ਹੱਠ ਕਰ ਫਿਰੋ ਤੁਮਾਰ ਸੰਗਾਰਾ। ਮੈਂ ਤੁਹਾਡੀ ਕਿਰਪਾ ਨਾਲ ਮਹਾਰਾਜ ਕਰੜਾ ਮਨ ਕਰਕੇ ਹੱਠ ਕਰਕੇ ਤੁਹਾਡੇ ਮਗਰ ਮਗਰ ਤੁਰਿਆ ਫਿਰਦਾ ਹਾਂ। ਦੋਹਰਾ ਤਰਕਤ ਹੋ ਮੋ ਕੋ ਅਬੈ। ਮਹਾਰਾਜ ਦੇਖੋ ਨਾ ਹੁਣ ਤੁਸੀਂ ਮੈਨੂੰ ਮਿਹਣੇ ਮਾਰਦੇ, ਤੈਨੂੰ ਭੁੱਖ ਲੱਗੀ ਹੋਣੀ ਆ, ਦੱਸੋ ਮੈਂ ਕਰਾਂ ਕੀ ਹੁਣ? ਕੈਸੇ ਹੋਏ ਨਿਬਾਹੀ। ਦੱਸੋ ਪਾਤਸ਼ਾਹ ਵੀ ਕਿੱਦਾਂ ਮੇਰਾ ਨਿਰਵਾਹ ਹੋ ਸਕਦਾ ਹੈ? ਸੁਦਾ ਸੰਗ ਬਹਿਬਲ ਭਇਓ। ਹੁਣ ਦੱਸੋ 3 ਦਿਨ ਦਾ ਮੈਂ ਭੁੱਖਾ ਹਾਂ ਤੇ ਮਹਾਰਾਜ ਹੁਣ ਮੈਂ ਸੋ ਘਬਰਾਵਾਂ ਨਾ ਤੇ ਕੀ ਕਰਾਂ? ਆਪ ਹਸੀ ਨਿਤ ਪ੍ਰਾਹੇ। ਤੇ ਤੁਸੀਂ ਮਹਾਰਾਜ ਜਦੋਂ ਚਿੱਤ ਕਰਦਾ ਉਦੋਂ ਮੇਰੇ ਨਾਲ ਹਾਸੀ ਮਖੌਲ ਕਰ ਛੱਡਦੇ ਹੋ। ਚਉਪਈ ਸ੍ਰੀ ਅੰਗਦ ਜੀ ਸੁਨਹੁ ਕਿਰਪਾਲਾ। ਤਾਂ ਕਹਿੰਦੇ ਨੇ ਭਾਈ ਬਾਲਾ ਜੀ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਕਿਰਪਾਲ ਜੀ ਸਰਵਣ ਕਰੋ ਫਿਰ। ਬਿਗਸਤ ਮੈਂ ਬੋਲਿਓ ਤਿਹ ਕਾਲਾ। ਕਹਿੰਦਾ ਮੈਂ ਹੱਸ ਕੇ ਫਿਰ ਬੇਨਤੀ ਕੀਤੀ ਗੁਰੂ ਚਰਨਾਂ ਵਿੱਚ। ਮਰਦਾਨਾ ਹੈ ਸਾਚ ਉਚਾਰਤ। ਗਰੀਬ ਨਵਾਜ ਮਰਦਾਨਾ ਸਾਚੀ ਕਹਿੰਦਾ ਸੱਚੇ ਪਾਤਸ਼ਾਹ ਜੀ। ਜਨਮ ਸੁਭਾਉ ਸ਼ੁਦਾ ਪੁਨ ਆਰਤ। ਦੇਖੋ ਮਹਾਰਾਜ ਇੱਕ ਤਾਂ ਜਨਮ ਦਾ ਸੁਭਾਅ ਹੈ, ਦੂਸਰਾ ਵਿਚਾਰਾ ਭੁੱਖ ਨਾਲ ਤੰਗ ਆ, ਫਿਰ ਕਰੇ ਵੀ ਕੀ ਹੁਣ? ਬਨੀ ਏਕ ਸੀ ਦੋਨੋਂ ਬਾਤੀ। ਦੋਨੋਂ ਇੱਕੋ ਜਿਹੀਆਂ ਗੱਲਾਂ ਬਣ ਗਈਆਂ ਨੇ ਹੁਣ। ਹਿਰਦੇ ਧੀਰ ਧਰਹਿ ਕਹਿ ਭਾਤੀ। ਇਹ ਫਿਰ ਕਿੱਦਾਂ ਮਹਾਰਾਜ ਹੁਣ ਆਪਾਂ ਹਿਰਦੇ ਵਿੱਚ ਧੀਰਜ ਧਾਰਨ ਕਰੇ? ਗੁਰੂ ਸਾਹਿਬ ਦੀ ਮੌਜ ਹੈ। ਜਦੋਂ ਮਹਾਰਾਜ ਚਾਹੁੰਦੇ ਨੇ ਉਦੋਂ ਸੰਤੋਖ ਬਖਸ਼ੀ ਰੱਖਦੇ ਹਨ। ਜਦੋਂ ਕੋਈ ਮਹਾਰਾਜ ਨੇ ਕਾਰਜ ਕਰਨਾ ਹੁੰਦਾ ਤੇ ਕਾਰਨ ਬਣਾਉਣਾ ਹੁੰਦਾ ਤੇ ਫਿਰ ਮਰਦਾਨੇ ਨੂੰ ਇਸ ਤਰ੍ਹਾਂ ਮੇਰੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ। ਸ੍ਰੀ ਗੁਰੂ ਕਹਿ ਸੁਨਹੁ ਮਰਦਾਨਾ। ਸਤਿਗੁਰੂ ਜੀ ਕਹਿੰਦੇ ਇਹ ਮਰਦਾਨਾ ਜੀ ਸੁਣੋ। ਇਹ ਪੁਰ ਕੌਡੇ ਕੇਰ ਸਮਾਨਾ। ਮਹਾਰਾਜ ਕਹਿੰਦੇ ਹੈ ਤੇ ਸਹੀ ਨਗਰੀ ਇੱਥੇ, ਇਹ ਇਲਾਕਾ ਜਿਹੜਾ ਨਾ ਇਹ ਕੌਡੇ ਦਾ ਇਲਾਕਾ ਜਿੱਦਾਂ ਸੀ ਨਾ ਉਦਾਂ ਦਾ ਹੀ ਹੈ ਇਹ ਵੀ, ਕੌਡੇ ਰਾਖਸ਼ ਵਰਗਾ। ਤਪਤ ਕਰਾਹੇ ਮਹਿ ਜਿਨ ਪਾਇਓ। ਜਿਹਨੇ ਤੈਨੂੰ ਫੜ ਕੇ ਨਾ ਤਪ ਤੇ ਕੜਾਹ 'ਚ ਸੁੱਟਿਆ ਸੀ ਨਾ ਤੇਲ ਵਿੱਚ, ਬਸ ਉਹੋ ਜਿਹਾ ਇਲਾਕਾ ਇਹ ਜਾਣ ਲੈ। ਸ੍ਰੀ ਕਰਤਾਰ ਹੈ ਤੋਹੇ ਬਚਾਇਓ। ਤੈਨੂੰ ਮਹਾਰਾਜ ਦੇਖ ਲੋ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਵੀ ਅਸੀਂ ਤੈਨੂੰ ਬਚਾਇਆ, ਕਹਿੰਦੇ ਕਰਤਾਰ ਪਰਮੇਸ਼ਰ ਨੇ ਤੈਨੂੰ ਬਚਾਇਆ ਸੀ ਉਦੋਂ। ਅਬ ਪੁਨ ਜਾਵੋ ਨਗਰ ਮਝਾਰੀ। ਤੇ ਜੇ ਦੇਖ ਹੁਣ ਤੂੰ ਇਸ ਨਗਰੀ 'ਚ ਚਲਾ ਗਿਆ ਨਾ, ਸ੍ਰੀ ਪ੍ਰਭ ਕਰੇ ਤੋਰ ਰਖਵਾਰੀ। ਜਾਵੇਂਗਾ ਤੇ ਪਰਮੇਸ਼ਰ ਹੀ ਆ ਤੇਰੀ ਰੱਖਿਆ ਕਰੂ ਫਿਰ। ਮਰਦਾਨਾ ਕਹੈ ਜਰੋ ਸੋ ਨਗਰਾ। ਮਰਦਾਨਾ ਕਹਿੰਦਾ ਸੜ ਬਲ ਜਾਏ ਇਹੋ ਜਿਹਾ ਨਗਰ ਮੈਂ ਕੀ ਕਰਨਾ ਉੱਥੇ ਜਾ ਕੇ? ਕਬਹਿ ਨਾ ਜਾਮੋ ਤਿਹ ਕੇ ਦਗਰਾ। ਮੈਂ ਤੇ ਉਹਦੇ ਰਾਹ ਵੀ ਨਾ ਤੁਰਾਂਗਾ ਮਹਾਰਾਜ, ਜੇ ਕੌਡੇ ਰਾਖਸ਼ਵਰ ਨਗਰ ਫਿਰ ਕਿਉਂ ਜਾਣਾ ਮੈਂ ਉੱਥੇ? ਕਿਉਂ ਹੂੰ ਬਚੇ ਤਬਹਿ ਮਮ ਪ੍ਰਾਨਾ। ਉੱਥੇ ਤੇ ਮਹਾਰਾਜ ਮਸਾਂ ਮੇਰੇ ਸਵਾਸ ਬਚੇ ਸਨ ਤੇ ਮੁੜ ਕੇ ਮੈਂ ਖਤਰਾ ਕਿਉਂ ਖਰੀਦੂੰਗਾ? ਅਬ ਗਹਿ ਕਹਿ ਕਰ ਹੈ ਕੋ ਖਾਨਾ। ਮੈਨੂੰ ਫੜ ਕੇ ਕੋ ਖਾ ਜਾਊਗਾ ਫਿਰ ਮੈਂ ਕੀ ਕਰੂੰਗਾ ਜੀ? ਸੁਨ ਕੇ ਬਿਗਸ ਕਹਿਓ ਗੁਰੂ ਪੂਰੰ। ਮੇਰੇ ਪੂਰਨ ਧੰਨ ਗੁਰੂ ਨਾਨਕ ਸਾਹਿਬ ਸੁਣ ਕੇ ਹੱਸੇ ਨੇ ਤੇ ਬਚਨ ਕੀਤਾ, ਕਹਿੰਦੇ ਹਨ ਜਾਨੋ ਇਸ ਪੁਰ ਬਿਖੈ ਜਰੂਰੰ। ਮਹਾਰਾਜ ਕਹਿੰਦੇ ਨੇ ਮਰਦਾਨਾ ਗੱਲ ਇਹ ਹੈ ਇਸ ਪੁਰੀ 'ਚ ਜਾਣਾ ਵੀ ਜ਼ਰੂਰ ਹੈ, ਜੇ ਜਾਵਾਂਗੇ ਨਾ ਤਾਂ ਕਿਵੇਂ ਭਲਾ ਕਰਾਂਗੇ ਫਿਰ? ਬਿਨਾ ਗਏ ਤੇ ਸਰੇ ਨਾ ਕਾਜੂ। ਜਾਣ ਤੋਂ ਬਿਨਾਂ ਕੰਮ ਸਰਨਾ ਨਹੀਂ। ਜਿਸ ਕਾਰਜ ਲਈ ਫਿਰਦੇ ਆ, ਜਿਹੜਾ ਕੰਮ ਕਰਨਾ ਹੈ ਉਹ ਜਾਣ ਤੋਂ ਬਿਨਾਂ ਸਰਨਾ ਨਹੀਂ ਹੈ। ਜਾਂ ਤੇ ਚੱਲ ਜਾਵੋ ਤੁਮ ਆਜੂ। ਤੋ ਇਦਾਂ ਕਰ ਅੱਜ ਤੂੰ ਜਾ ਫਿਰ ਇਹ ਨਗਰੀ ਵਿੱਚ ਚਲਾ ਜਾ। ਪ੍ਰਭ ਸੁਨ ਮੇਰੇ ਬਚਨ ਰਿਸਾਵੋ। ਕਹਿਣ ਲੱਗਾ ਮਰਦਾਨਾ ਕਹਿੰਦਾ ਮਹਾਰਾਜ ਮੇਰੀਆਂ ਗੱਲਾਂ ਸੁਣ ਕੇ ਮੈਨੂੰ ਲੱਗਦਾ ਵੀ ਤੁਸੀਂ ਗੁੱਸੇ ਹੋ ਗਏ ਆ ਮੇਰੇ ਨਾਲ। ਰਾਖਸ਼ ਢਿੱਗ ਤੇ ਮੁਝੇ ਹਨਾਵੋ। ਤੇ ਤੁਸੀਂ ਹੁਣ ਇਦਾਂ ਚਾਹੁੰਦੇ ਆ ਵੀ ਕਿਸੇ ਰਾਖਸ਼ ਦੇ ਕੋਲ ਭੇਜ ਨਹੀਂ ਆਪੇ ਮਾਰ ਦਊਗਾ, ਮੈਨੂੰ ਮਰਾਉਣਾ ਹੀ ਚਾਹੁੰਦੇ ਹੁਣ ਤੁਸੀਂ ਲੱਗਦਾ ਮੈਨੂੰ। ਗਹਿ ਕਰ ਕੋ ਪਾਵਹਿ ਮੁਖ ਮਾਹੀ। ਤੇ ਮਹਾਰਾਜ ਜੇ ਕੌਡੇ ਰਾਖਸ਼ ਵਰਗੇ ਰਾਖਸ਼ ਨੇ ਇੱਥੇ ਤੇ ਕੀ ਪਤਾ ਕਿਹੜਾ ਫੜ ਕੇ ਮੂੰਹ 'ਚ ਪਾ ਜਾਊਗਾ ਮੈਨੂੰ ਕੋਲ ਛਡਾਊਗਾ। ਕਹਿ ਬਿਦ ਬਚਨ ਹੋਏ ਤਬ ਨਾਹੀ। ਤੇ ਫਿਰ ਮਹਾਰਾਜ ਜੇ ਕਿਸੇ ਰਾਖਸ਼ ਨੇ ਉਹ ਜੀ ਫੜ ਕੇ ਮੂੰਹ 'ਚ ਹੀ ਪਾ ਲਿਆ ਮੈਨੂੰ ਤੇ ਮੈਂ ਬਚਨ ਕੀ ਕਰੂੰਗਾ? ਮੈਂ ਤੇ ਫਿਰ ਮੈਂ ਤੁਹਾਨੂੰ ਬੁਲਾ ਵੀ ਨਹੀਂ ਸਕਦਾ, ਮੈਂ ਮੂੰਹ 'ਚ ਆਵਾਜ਼ ਵੀ ਨਹੀਂ ਕੱਢ ਸਕਣੀ। ਪੁਰ ਦਿਸ ਮੁਖ ਕਰ ਮੈਂ ਨਾ ਸੁਧਾਰੂੰ। ਇਸ ਵਾਸਤੇ ਮਹਾਰਾਜ ਇਹੋ ਜੀ ਪੁਰੀ ਵੱਲ ਮੈਂ ਤੇ ਨਹੀਂ ਮੂੰਹ ਕਰਕੇ ਜਾਂਦਾ ਕਦੇ। ਮਾਰਿਓ ਚਾਹੋ ਆਪ ਤੁਮ ਮਾਰੋ। ਜੇ ਮਾਰਨਾ ਹੀ ਆ ਤੇ ਕਾਹਨੂੰ ਕਹਿੰਦੇ ਕਿਸੇ ਰਾਖਸ਼ ਕੋਲੋਂ ਮਰਾਉਂਦੇ ਆਪੇ ਹੀ ਮਾਰ ਦਿਓ ਮਹਾਰਾਜ, ਚਲੋ ਮੇਰਾ ਭਲਾ ਹੋ ਜਾਊਗਾ। ਇਸ ਪ੍ਰਕਾਰ ਕੇ ਬਚਨ ਵਿਸਾਲਾ। ਇਹੋ ਮੇਰੇ ਸਤਿਗੁਰੂ ਪਾਤਸ਼ਾਹ ਬਚਨ ਵਿਲਾਸ ਕਰਦੇ ਰਹੇ ਹੱਸ ਖਿਲਾਉਣ ਵਾਸਤੇ। ਮੇਰੇ ਸਤਿਗੁਰੂ ਜੀ ਪ੍ਰਸੰਨ ਕਰਦੇ ਮਰਦਾਨਾ ਜੀ ਨੂੰ। ਕਰਤ ਹੁਤੇ ਸੰਤਨ ਸੁਖ ਰਾਸਾ। ਸੁੱਖਾਂ ਦੇ ਸੰਤਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਇਹੋ ਮੇਰੇ ਸਤਿਗੁਰੂ ਬਚਨ ਵਿਲਾਸ ਕਰ ਰਹੇ ਸਨ। ਤਿਹ ਛਨ ਨਿਕਸਿਓ ਰਾਖਸ਼ ਰਾਜਾ। ਇੰਨੇ ਨੂੰ
ਇਹ ਜਿਹੜਾ ਇੱਥੇ ਦਾ ਰਾਜਾ ਸੀ ਨਾ ਰਾਖਸ਼, ਉਹ ਇਸ ਪ੍ਰਕਾਰ ਸ਼ਿਕਾਰ ਲਈ ਨਿਕਲਿਆ ਹੈ ਫੌਜ ਲੈ ਕੇ ਆਪਣੀ। ਬਾਹਰ ਨਗਰ ਤੇ ਲੀਏ ਸਮਾਜਾ, ਤੋ ਆਪਣਾ ਸਾਜੋ ਸਮਾਨ ਲੈ ਕੇ ਸ਼ਿਕਾਰ ਦਾ ਤੇ ਨਿਕਲ ਤੁਰਿਆ ਉਹ। ਚੜਿਓ ਅਖੇਰ ਬਿਰਤ ਕੇ ਕਾਰਨ, ਸ਼ਿਕਾਰ ਕਰਨ ਦੀ ਬਿਰਤੀ ਦੇ ਨਾਲ ਉਹ ਚੜ ਪਿਆ ਹੈ ਜੰਗਲ ਵੱਲ ਨੂੰ। ਸੰਗ ਵੱਡੋ ਰਾਖਸ ਦਲ ਦਾਰਨ, ਬੜਾ ਭਿਆਨਕ ਆਪਣੇ ਰਾਖਸ਼ਾਂ ਦਾ ਦਲ ਨਾਲ ਲਿਆ ਹੋਇਆ ਇਸਨੇ। ਲਾਖ ਸਪਤ 10 ਦੇਹ ਉਤੰਗਾ, ਬੜੀ ਭਾਰੀ ਕਹਿੰਦੇ ਵੱਡੀ, ਸੋ ਉਸ ਪੁਰਾਣੇ ਸਮੇਂ ਦੇ ਅਨੁਸਾਰ ਕਹਿੰਦੇ ਬੜੀ ਵੱਡੀ ਲਿਖੀ ਇਸ ਦੀ। ਵੱਡ ਕਰੂਪ ਜਿਨ ਮੇਚਕ ਰੰਗਾ, ਕਹਿੰਦੇ ਕਾਲਾ ਧੂਤ ਰੰਗ ਸੀ, ਇਸ ਪ੍ਰਕਾਰ ਵੱਡਾ ਭਾਰਾ ਇਹਦਾ ਆਕਾਰ ਸੀ, ਡਰਾਉਣੀ ਸ਼ਕਲ ਸੀ। ਕਿਦੋਂ ਸਿਆਮ ਘਟਾ ਸੋ ਆਵੇ, ਮਾਨੋ ਜਦੋਂ ਤੁਰਿਆ ਆਉਂਦਾ ਸੀ ਦਲ ਲੈ ਕੇ, ਜਿੱਦਾਂ ਕਾਲੀ ਘਟਾ ਸਾਉਣ 'ਚ ਚੜ ਕੇ ਆਉਂਦੀ ਹੈ ਨਾ ਮੀਂਹ ਪਾਉਣ ਨੂੰ, ਐਉਂ ਕਹਿੰਦੇ ਲੱਗ ਰਿਹਾ ਸੀ। ਬਕਸੇ ਨਿਕਸੇ ਦਾਂਤ ਲਖਾਵੇ, ਤੇ ਕਹਿੰਦੇ ਜਿਵੇਂ ਬਗਲੇ ਉੱਡਦੇ ਨਾ ਇਸ ਪ੍ਰਕਾਰ, ਇਉਂ ਉਹਨਾਂ ਦੇ ਇਸ ਪ੍ਰਕਾਰ ਦੰਦ ਦੇਖਦੇ ਚਿੱਟੇ ਚਿੱਟੇ। ਨਾਸਾਂ ਕਰਨ ਕੂਪ ਸੇ ਜਿਨ ਕੇ, ਕਹਿੰਦੇ ਨਾਸਾਂ ਦੇ ਕੰਨ ਐਵੇਂ ਜਿਵੇਂ ਖੂਹ ਪੁੱਟੇ ਹੁੰਦੇ ਧਰਤੀ 'ਚ, ਇਦਾਂ ਦੇ ਆਕਾਰ ਸੀ ਡਰਾਉਣੇ ਉਹਨਾਂ ਦੇ। ਲੋਚਨ ਸਰੋਨਤ ਸਰਸੇ ਤਿੰਨ ਕੇ, ਉਹਨਾਂ ਦੇ ਜਿਹੜੇ ਨੇਤਰ ਸਨ ਕਹਿੰਦੇ ਇਉਂ ਸੀ ਜਿਵੇਂ ਲਹੂ ਹੁੰਦਾ ਲਾਲ, ਕਹਿੰਦੇ ਇਹੋ ਜਿਹੇ ਉਹਨਾਂ ਦੇ ਨੇਤਰ ਸਨ। ਲੋਹਿਤ ਬਰਨ ਵਿਸਾਲ ਹੈ ਬਾਲਾ, ਤੋ ਇਹਨਾਂ ਦੇ ਵਾਲ ਜਿਹੜੇ ਸੀ ਇਸ ਪ੍ਰਕਾਰ ਬੜੇ ਲਾਖੇ ਰੰਗ ਦੇ, ਡਰਾਉਣੀਆਂ ਸ਼ਕਲਾਂ ਸਨ। ਪਹਿਰੇ ਗਲ ਮਹਿ ਹਾਡਨ ਮਾਲਾ, ਤੇ ਇਹਨਾਂ ਨੇ ਬੰਦਿਆਂ ਮਨੁੱਖਾਂ ਦੀਆਂ ਹੱਡਾਂ ਦੀਆਂ ਮਾਲਾ ਗਲ 'ਚ ਪਾਈਆਂ ਹੋਈਆਂ ਸਨ, ਇਹੋ ਜਿਹਾ ਇਹਨਾਂ ਦਾ ਰੂਪ ਸੀ। ਦੋਹਰਾ ਸ੍ਰੀ ਗੁਰ ਕੇ ਜੋ ਨਿਕਟ, ਧੰਨ ਸਤਿਗੁਰੂ ਨਾਨਕ ਪਾਤਸ਼ਾਹ ਦੇ ਨੇੜੇ, ਤਿਸ ਤੇ ਊਰਦ ਥਾਨ, ਤੋ ਮਹਾਰਾਜ ਦੇ ਨੇੜੇ ਜਿਹੜਾ ਉੱਚਾ ਥਾਂ ਸੀ। ਮਰਦਾਨਾ ਦੇਖਤ ਭਇਓ, ਮਰਦਾਨੇ ਨੇ ਦੇਖਿਆ ਜਿੱਥੇ ਬੈਠੇ ਸੀ ਉਹ ਆਪਣੇ ਤੋਂ ਉੱਚਾ ਥਾਂ ਸੀ, ਉਧਰ ਨੂੰ ਮਰਦਾਨੇ ਨਿਗਾਹ ਮਾਰੀ ਜਦੋਂ, ਨਿਕਸੇ ਮਾਨੋ ਪ੍ਰਾਨ, ਤੇ ਇਹੋ ਜਿਹਾ ਉਹਨਾਂ ਦਾ ਭਿਆਨਕ ਰੂਪ ਦੇਖ ਕੇ ਮਨੋਂ ਕੋ ਪ੍ਰਾਣ ਹੀ ਨਿਕਲ ਗਏ, ਮਰਦਾਨਾ ਇੰਨਾ ਡਰ ਗਿਆ। ਚੌਪਈ ਪੀਤ ਭਇਓ ਕੰਪਤ ਸਰਬੰਗਾ, ਕਹਿੰਦੇ ਰੰਗ ਪੀਲਾ ਪੈ ਗਿਆ, ਡਰ ਨਾਲ ਕੰਬਣ ਲੱਗ ਪਿਆ ਮਰਦਾਨਾ ਵੀ ਆ ਕੀ ਬਣਿਆ। ਮੁਖ ਤੇ ਬੋਲ ਨਾ ਸਕੇ ਨ ਸੰਗਾ, ਤਾਂ ਮੇਰੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਇਹ ਹੁਣ ਭੈ ਦੇ ਨਾਲ ਬੋਲ ਨਹੀਂ ਸਕਦਾ ਵਿਚਾਰਾ ਖੁੱਲਾ ਹੋ ਕੇ। ਮਰੇ ਕੁਥਾਏ ਆਏ ਕਰ ਅਬ ਹੀ, ਸੋਚਦਾ ਲੈ ਵੀ ਚੰਗੇ ਥਾਂ ਮਰੇ ਆਣ ਕਰਕੇ, ਲੈ ਹੁਣ ਨਹੀਂ ਬਚਦੇ ਆਪਾਂ, ਜੀਵਨ ਹੋਏ ਹਮਾਰ ਨਾ ਕਬ ਹੀ, ਹੁਣ ਨਹੀਂ ਸਾਡਾ ਜੀਵਨ ਬਚ ਸਕਣਾ ਹੈ, ਆ ਤਾਂ ਕੀ ਬਣ ਗਿਆ ਸਾਡੇ ਨਾਲ। ਦੋਹਰਾ ਕਰਕੇ ਸੰਗ ਬਤਾਵਈ, ਇਸ ਪ੍ਰਕਾਰ ਇਸ਼ਾਰੇ ਕਰਕੇ ਹੁਣ ਦੱਸਦਾ, ਬੋਲ ਨਹੀਂ ਸਕਦਾ ਮੂੰਹ ਤੋਂ। ਕਰਹੁ ਉਪਾਵ ਜੇ ਕੋਈ, ਮਹਾਰਾਜ ਨੂੰ ਬੇਨਤੀਆਂ ਕਰਦਾ ਇਸ਼ਾਰੇ ਕਰਕੇ, ਮਹਾਰਾਜ ਕੋਈ ਯਤਨ ਕਰੋ ਜੇ ਬਚ ਜਾਈਏ ਤਾਂ। ਰਾਖਸ਼ ਖੈ ਹੈ ਆਨ ਕਰ, ਆ ਗਏ ਰਾਖਸ਼ ਮਹਾਰਾਜ ਸਾਨੂੰ ਖਾ ਲੈਣਗੇ ਹੁਣ। ਨਿਸ਼ਚੈ ਮ੍ਰਿਤ ਅਬ ਹੋਏ, ਮਹਾਰਾਜ ਨਿਸ਼ਚੈ ਹੀ ਆ ਵੀ ਸਾਡੀ ਹੁਣ ਤਾਂ ਮੌਤ ਹੀ ਹੋਏਗੀ ਮਹਾਰਾਜ, ਇਹੋ ਜਿਹਾ ਜਿਹੜਾ ਸਮਾਂ ਸੋ ਇਹ ਬਣ ਗਿਆ। ਹੁਣ ਮਰਦਾਨਾ ਨੇ ਸੋ ਇਸ ਪ੍ਰਕਾਰ ਦੇਖ ਲਿਆ ਵੀ ਆ ਗਏ ਨੇ ਆਦਮ ਖਾਣੇ ਬੰਦੇ ਰਾਖਸ਼ ਜਿਹੜੇ ਨੇ। ਹੁਣ ਜਿਸ ਤਰੀਕੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸਮਾਂ ਨਹੀਂ ਇਜਾਜ਼ਤ ਦਿੰਦਾ ਕਿ ਅੱਗੇ ਚੱਲੀਏ, ਤਾਂ ਪ੍ਰਸੰਗ ਦੀ ਲੜੀ ਨੂੰ ਅਗਲੇ ਸਮੇਂ ਵਿੱਚ ਆਪਾਂ ਸਰਵਣ ਕਰ ਸਕਾਂਗੇ। ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ, ਸਾਡੇ ਸਿਰ ਤੇ ਮਿਹਰ ਭਿਆ ਹੱਥ ਰੱਖਣ, ਸਤਿਗੁਰੂ ਦੇ ਚਰਨਾਂ ਵਿੱਚ ਭਰੋਸਾ ਵਿਸ਼ਵਾਸ ਆਵੇ, ਗੁਰੂ ਦੇ ਉਪਦੇਸ਼ ਸਾਡੇ ਹਿਰਦੇ ਵਿੱਚ ਵਸਣ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹੱਥ ਪਵੇ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣਾ ਅਸੀਸੜੀਆਂ, ਯਹੋਵਾ ਸਾਹਿਬ ਸੁਮੇਲੀ ਦਾਤ ਪ੍ਰਾਪਤ ਹੋਵੇ। ਕਰ ਕੇ ਸੰਗ ਬਤਾਵਈ, ਕਰਹੁ ਉਪਾਵ ਜੇ ਕੋਈ, ਰਾਖਸ ਖੈ ਹੈ ਆਨ ਕਰ, ਨਿਸ਼ਚੈ ਮ੍ਰਿਤ ਅਬ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।